रूबरू ने तो आप जी ढाडी वारा 1 घंटे नहीं सुनाओगे। आपने सरवण करके जाना और एक शेर इन्हों ने कह के मैं स्टेज इन्हों के हवाले करदा। ये सागर ठीक है बेटा। ये सागर ये हल्की चांदनी, ये सागर ये हल्की चांदनी दिल में आता है यही मर जाइए। तो ये है तुहाडे लई प्यार। सतगुरु कृपा करे तुसीं संगतां नूं इसे तरह देश विदेश निहाल करते रहो। आओ गुरु हरगोबिंद साहब की बख्शी ढाडी करा दा माणीए कि भुल्लां चुक्कां दी खिमा। सारे प्रबंधकों का एक बार फिर बहुत बहुत धन्यवाद। जिनको नजर सारे एक बारी बोलो, जिनको नज़र करम तुनकार नानक नजरी नज़र निहाल। वाहिगुरु जी का खालसा वाहिगुरु जी की फतेह। वाहिगुरु जी। श्री वाहे गुरु जी। कबीर सेवा को दो पले एक संत एक राम।
ਜਿਨ ਗੁਰ ਦਿਆ ਹਰ ਕਿਰਪਾ ਤੇ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਆਨੰਦ ਗੁਣੀ ਨਦਾਨ ਗੁਰੂ ਗਰੀਬ ਨਵਾਜੀ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਾਧੂ ਸਤਿਪੁਰਖਾਂ ਨੂੰ ਐਵੇਂ ਨਹੀਂ ਜਗ ਪੂਜਦਾ, ਸਾਧੂ ਸਤਿਪੁਰਖਾਂ ਨੂੰ ਐਵੇਂ ਨਹੀਂ ਜਗ ਪੂਜਦਾ। ਸਾਧੂ ਰੱਬ ਦੇ ਪਿਆਰੇ, ਸਾਧੂ ਰੱਬ ਦੇ ਪਿਆਰੇ ਦੁਨੀਆ ਤਾਰਨ ਆਉਂਦਾ ਹੈ। ਆਉਂਦੇ ਮਾਤ ਲੋਕ ਵਿੱਚ ਭਗਤੀ ਦੇ ਅਵਤਾਰ ਨੇ, ਆਉਂਦੇ ਮਾਤ ਲੋਕ ਵਿੱਚ, ਆਉਂਦੇ ਮਾਤ ਲੋਕ ਵਿੱਚ ਭਗਤੀ ਦੇ ਅਵਤਾਰ ਨੇ। ਸੇਵਾ ਸਿਮਰਨ ਕਰਕੇ, ਸੇਵਾ ਸਿਮਰਨ ਕਰਕੇ ਆਪਾਂ ਨੇ ਬਣਾਉਂਦਾ ਹੈ। ਸਿਜਦਾ ਸ਼ਰਧਾ ਦੇ ਨਾਲ ਦੁਨੀਆ ਕਰਦੀ ਆਣ ਕੇ, ਸਿਜਦਾ ਸ਼ਰਧਾ ਦੇ ਨਾਲ ਦੁਨੀਆ ਕਰਦੀ ਆਣ ਕੇ। ਸੋਈ ਥਾਨ ਸਹੰਦਾ, ਸੋਈ ਥਾਨ ਸਹੰਦਾ ਜਿੱਥੇ ਆਸਣ ਲਾਉਂਦਾ ਹੈ। ਮਹਿਮਾ ਸਾਜਣਾ ਦੀ ਭੇਦ ਕਿਤੇ ਨਾ ਜਾਣਦੇ, ਮਹਿਮਾ ਸਾਜਣਾ ਦੀ, ਮਹਿਮਾ ਸਾਜਣਾ ਦੀ ਭੇਦ ਕਿਤੇ ਨਾ ਜਾਣਦੇ। ਪੰਜਵੇਂ ਸਤਿਗੁਰ ਜੀਏ, ਪੰਜਵੇਂ ਸਤਿਗੁਰ ਜੀਏ ਪਾਣੀ ਵਿੱਚ ਫਰਮਾਉਂਦਾ ਹੈ। ਪੂਰੇ ਸਾਧੂ ਹੁੰਦੇ ਅਸਲ ਰੂਪ ਭਗਵਾਨ ਦਾ, ਪੂਰੇ ਸਾਧੂ ਹੁੰਦੇ ਅਸਲ ਰੂਪ ਭਗਵਾਨ ਦਾ। ਜਿਹੜੇ ਨਾਮ ਹਰੀ ਦਾ, ਜਿਹੜੇ ਨਾਮ ਹਰੀ ਦਾ ਜਪਦੇ ਅਤੇ ਜਪਾਉਂਦੇ ਹੈ।
ਸੇਵਾ ਸਾਜਣਾ ਦੀ ਕੋਲ ਉਧਾਰ ਜੀਵਾਂ ਦਾ ਸੇਵਾ ਸਾਜਣਾ ਦੀ ਕੋਲ ਉਧਾਰ ਜੀਵਾਂ ਦਾ ਵੱਡਿਆਂ ਭਾਗਾਂ ਵਾਲੇ ਜਿਹੜੇ ਸੰਗਤ ਪਾਉਂਦੇ ਸਾਧੂ ਸਦਾ ਵਾਸਤੇ ਭਲਾ ਸਿਰ ਵੱਧਦਾ ਚਾਹੁੰਦੇ ਸਾਧੂ ਸੰਤਾਂ ਦੀ ਤਾਂ ਜੁਗ ਜੁਗ ਸੋਭਾ ਹੁੰਦੀ ਏ ਸਾਧੂ ਸੰਤਾਂ ਦੀ ਤਾਂ ਜੁਗ ਜੁਗ ਸੋਭਾ ਹੁੰਦੀ ਏ ਜਾਚਕ ਬਣ ਕੇ ਸਾਗਰ ਜਸ ਉਹਨਾਂ ਦਾ ਗਾਉਂਦੇ ਜਾਚਕ ਬਣ ਕੇ ਸਾਗਰ ਜਸ ਉਹਨਾਂ ਦਾ ਗਾਉਂਦੇ ਜਾਚਕ ਬਣ ਕੇ ਸਾਗਰ ਜਸ ਉਹਨਾਂ ਦਾ ਗਾਉਂਦੇ ਜਦੋਂ ਕਿਸੇ ਮਹਾਨ ਆਤਮਾ ਦਾ ਆਉਣਾ ਹੁੰਦਾ ਇਸ ਸੰਸਾਰ ਤੇ, ਜਿਹੜੇ ਪਰਮਾਰਥ ਦੇ ਰਾਹ ਉੱਤੇ ਤੁਰ ਕੇ ਆਪਣੀ ਹਯਾਤੀ ਆਪਣੀ ਜ਼ਿੰਦਗੀ ਛੱਡ ਜਾਣ ਤੋਂ ਬਾਅਦ ਵੀ ਉਹ ਅਮਰ ਹੋ ਜਾਂਦੇ ਨੇ। ਫਿਰ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਐਸੀਆਂ ਮਹਾਨ ਆਤਮਾਵਾਂ ਨੂੰ ਨਮਸਕਾਰ ਕਿਵੇਂ ਕਰਨੀ ਹੈ, ਆਓ ਤੁਹਾਨੂੰ ਦੱਸਾਂ। ਸੁਖਮਨੀ ਸਾਹਿਬ ਦੇ ਵਿੱਚ ਬਚਨ ਹੈ, ਧੰਨ 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 ਜਨ ਆਇਆ। ਤੁਹਾਡਾ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਕੇਂਦਰਿਤ ਕਰਨ ਵਾਸਤੇ ਮੈਂ ਬੇਨਤੀ ਕਰ ਰਿਹਾ ਹਾਂ ਆਪ ਸਾਰਿਆਂ ਨੂੰ, ਜਿਤਨੇ ਕੁ ਜੁੜੇ ਬੈਠੇ ਹੋਣ ਤੱਕ। ਸਤ ਸੰਗਤ ਜਿਹੜੀ ਹੈ ਸਿਦਕ ਤੋਂ ਬਿਨਾਂ ਨਹੀਂ ਹੁੰਦੀ। ਇੱਥੇ ਸਿਦਕ ਦੀ ਪਰਖ ਹੁੰਦੀ ਹੈ, ਕਿੰਨਾ ਕਿਸੇ ਕੋਲ ਸਮਾਂ ਹੈ। ਜਿੰਨਾ ਸਮਾਂ ਵੀ ਕੋਈ ਬੈਠੇਗਾ ਉਨਾ ਹੀ ਲਾਹਾ ਲੈ ਜਾਏਗਾ। ਵੱਡਿਆਂ ਭਾਗਾਂ ਵਾਲੇ ਹੋ ਤੁਸੀਂ, ਜਿਹੜੇ ਮਹਾਂਪੁਰਖਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਹੋ ਕੇ ਜੁੜੇ ਹੋ। ਆਓ ਸਾਰੇ ਮਿਲ ਕੇ ਨਮਸਕਾਰ ਕਰੀਏ। ਇੱਕ ਸ਼ਬਦ ਦਾ ਹੁੰਗਾਰਾ ਮੈਂ ਤੁਹਾਡੇ ਕੋਲੋਂ ਲੈਣਾ, ਜੇ ਤੁਸੀਂ ਬਾਣੀ ਪੜ੍ਹਦੇ ਹੋ, ਤੇ ਜੇ ਨਹੀਂ ਪੜ੍ਹਦੇ ਤੇ ਸ਼ੁਰੂ ਕਰ ਦਿਓ। ਸੁਖਮਨੀ ਸਾਹਿਬ ਦੀ ਬਾਣੀ 24 ਅਸ਼ਟਪਦੀਆਂ ਨੇ, 23ਵੇਂ ਅਸ਼ਟਪਦੀ ਦੇ ਬੋਲ ਨੇ, 8ਵੇਂ ਪਦੇ ਦੇ ਮੈਂ ਤੁਹਾਡੇ ਨਾਲ ਜਿਹੜੇ ਸਾਂਝੇ ਕਰ ਰਿਹਾ ਹਾਂ। ਇੱਕ ਸ਼ਬਦ ਦਾ ਹੁੰਗਾਰਾ ਲੈਣਾ ਤੁਹਾਡੇ ਕੋਲੋਂ, ਬਾਕੀ ਮੈਂ ਕਹਿ ਲੈ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਅਮਨ ਕਾ ਹੈ ਸੁਆਓ, ਜਨ ਕੈ ਸੰਗ ਚਿਤਾਵੈ ਨਾਉ। ਆਪ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਦੋ ਤਰ੍ਹਾਂ ਦੇ ਲੋਕ ਆਪਣੀ ਜ਼ਿੰਦਗੀ ਜਿਉਂਦੇ ਨੇ ਸੰਸਾਰ ਤੇ ਆਏ। ਇੱਕ ਉਹ ਨੇ ਜਿਹੜੇ ਕੇਵਲ ਪਦਾਰਥਵਾਦੀ ਨੇ। ਪਦਾਰਥਵਾਦੀ ਬੰਦੇ ਜਿਹੜੇ ਉਹ ਤ੍ਰਿਸ਼ਨਾ ਦੇ ਤਲ ਉੱਤੇ ਆਪਣੀ ਹਯਾਤੀ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ, ਤੇ ਦੂਸਰੇ ਜਿਹੜੇ ਨੇ ਉਹ ਪਰਮਾਰਥਵਾਦੀ ਹੁੰਦੇ ਨੇ। ਉਹ ਹੈਨ ਵਿਰਲੇ ਨਾਹੀ ਕਣੇ ਫੈਲ ਫਕੜ ਸੰਸਾਰ। ਪਦਾਰਥਵਾਦੀ ਲੋਕਾਂ ਦੀ ਗਿਣਤੀ ਬਹੁਤ ਹੈ, ਪਰਮਾਰਥਵਾਦੀ ਲੋਕ ਜਿਹੜੇ ਨੇ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ। ਪਰ ਸੋਭਾ ਕਿਹਨਾਂ ਦੀ ਹੈ, ਵਡਿਆਈ ਕਿਹਨਾਂ ਦੀ ਹੈ, ਮਹਿਮਾ ਕਿਹਨਾਂ ਦੀ ਹੈ? ਉਹ ਪਰਮਾਰਥ ਦੇ ਰਾਹ ਤੇ ਤੁਰੇ ਜਿਹੜੇ ਉਹਨਾਂ ਦੀ। ਔਖਾ ਬੜਾ ਹੈ। ਬੰਦਾ ਕੋਈ ਪੁੰਨ ਕਰੇ ਨਾ, ਪੁੰਨ ਕੋਈ ਦਾਨ ਕਰੇ, ਨੇਕ ਕਰਮ ਕਰੇ, ਇਹ ਸਾਰੇ ਕਰਮ ਚੰਗੇ ਨੇ। ਤੇ ਚੰਗੇ ਕਰਮ ਕਰਨ ਵਾਲੇ ਨੂੰ ਸੰਸਾਰ ਚੰਗਾ ਕਹਿੰਦਾ। ਕਦੇ ਇਦਾਂ ਤੇ ਹੋਇਆ ਨਹੀਂ ਵੀ ਕੋਈ ਮਾੜੇ ਬੁਰੇ ਕਰਮ ਕਰੇ ਤੇ ਲੋਕ ਕਹੇ ਬੜਾ ਚੰਗਾ ਕੰਮ ਹੈ ਨਾ। ਮਾੜੇ ਕਰਮ ਵਾਲੇ ਨੂੰ ਕਰਨ ਵਾਲੇ ਨੂੰ ਮਾੜਾ ਹੀ ਕਿਹਾ ਜਾਂਦਾ, ਚੰਗੇ ਕਰਮ ਕਰਨ ਵਾਲੇ ਨੂੰ ਚੰਗਾ ਕਿਹਾ ਜਾਂਦਾ। ਸੰਸਾਰ ਸੋਭਾ ਕਰਦਾ, ਉਹਦੀ ਵਡਿਆਈ ਹੈ, ਉਹਦਾ ਮਾਣ ਹੈ, ਹਰ ਥਾਂ ਉਹਦਾ ਸਤਿਕਾਰ ਹੁੰਦਾ ਸਮਾਜ ਵਿੱਚ। ਹੁਣ ਬੰਦਾ ਕੋਈ ਪੁੰਨ ਦਾਨ ਨੇਕ ਕਰਮ ਪਰਉਪਕਾਰ ਕਰੇ ਤੇ ਸੰਸਾਰ ਉਹਨੂੰ ਚੰਗਾ ਕਹਿੰਦਾ ਹੈ, ਤੇ ਨਿਰੰਕਾਰ ਕਿਹਨੂੰ ਚੰਗਾ ਕਹਿੰਦਾ? ਨਿਰੰਕਾਰ ਉਹਨੂੰ ਚੰਗਾ ਕਹਿੰਦਾ ਜਿਹੜਾ ਉਹਦਾ ਨਾਮ ਜਪਦਾ ਹੈ, ਜਿਹੜਾ ਉਹਦਾ ਸਿਮਰਨ ਕਰਦਾ ਹੈ, ਜਿਹੜਾ ਉਹਦੀ ਬੰਦਗੀ ਕਰਦਾ ਹੈ। ਕਿਤੇ ਅੰਮ੍ਰਿਤ ਵੇਲੇ ਉੱਠਦਿਆਂ
ਜਦੋਂ ਅੱਖ ਖੁੱਲਦੀ ਏ ਅਸੀਂ ਪਹਿਲਾ ਸਾਹ ਲੈਨੇ ਆ, ਉਸ ਸਾਹ ਦੇ ਵਿੱਚ ਸ਼ੁਕਰ ਹੋਵੇ ਕਿਤੇ ਵੀ ਵਾਹਿਗੁਰੂ ਤੂੰ ਨਵੀਂ ਜ਼ਿੰਦਗੀ ਦਿੱਤੀ ਏ। ਕਿਉਂਕਿ ਇਹ ਮੰਨਿਆ ਸਾਇੰਟਿਸਟਾਂ ਨੇ, ਵਿਦਵਾਨਾਂ ਨੇ, ਬੁੱਧੀਜੀਵੀਆਂ ਨੇ, ਇਹ ਗੱਲ ਸਿੱਧ ਹੋ ਚੁੱਕੀ ਹੈ ਕਿ ਜਿਹੜੀ ਨੀਂਦ ਹੈ ਨਾ, ਇੱਕ ਦੂਜੀ ਮੌਤ ਹੈ। ਸਾਹ ਚੱਲਦੇ ਹੁੰਦੇ ਐ, ਹੋਰ ਕੁਝ ਨਹੀਂ ਰਹਿ ਜਾਂਦਾ ਸਾਡੀ ਸੁਰਤ ਵਿੱਚ, ਨਾ ਪਿਛਲਾ ਨਾ ਅਗਲਾ। ਇਹ ਮੰਨਿਆ ਗਿਆ ਕਿ ਨੀਂਦਰ ਜਿਹੜੀ ਹੈ ਦੂਜੀ ਮੌਤ ਹੈ। ਫਿਰ ਜਦੋਂ ਨੀਂਦ ਤਿਆਗਦੇ ਆ, ਅੱਖ ਖੁੱਲਦੀ ਹੈ, ਕੀ ਤੁਹਾਨੂੰ ਲੱਗਦਾ ਨਹੀਂ ਕਿ ਜੇ ਸਤਿਗੁਰੂ ਮਹਾਰਾਜ ਨੇ ਸਾਡੇ ਵਾਸਤੇ ਇਹ ਇੱਕ ਹਦਾਇਤ ਕਰ ਦਿੱਤੀ ਤੇ ਮਰਿਆਦਾ ਬਣਾ ਦਿੱਤੀ ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰੋ। ਅੰਮ੍ਰਿਤ ਵੇਲੇ ਉੱਠ ਕੇ ਜਦੋਂ ਅਸੀਂ ਪਹਿਲਾ ਸਾਹ ਲੈਨੇ ਆ, ਬਾਕੀ ਨਿਤਨੇਮ ਕਰਨਾ ਉਤੇ ਗੁਰੂ ਦੀ ਬਖਸ਼ਿਸ਼ ਹੈ, ਜਿਹਦੇ ਤੇ ਉਹੀ ਕਰੇਗਾ ਨਾ। ਸਾਹ ਜਿਹੜਾ ਪਹਿਲਾ ਲਿਆ ਅਸੀਂ, ਸਾਹ ਤੇ ਚੱਲ ਰਹੇ ਹੁੰਦੇ, ਪਰ ਹਮ ਆਦਮੀ ਹਾਂ ਇੱਕਦਮੀ, ਕਈ ਬੰਦੇ ਸੁੱਤੇ ਰਹਿ ਜਾਂਦੇ ਨੇ, ਸਵੇਰੇ ਜਗਾਉਣੇ ਅਤੇ ਨਹੀਂ ਉਹ ਜਾਗਦੇ। ਰਾਤ ਦਾ ਕੀ ਪਤਾ ਰਾਤ ਨੂੰ ਕੀ ਹੋ ਜਾਣਾ। ਜਿਹੜਾ ਸਵੇਰੇ ਉੱਠਦਿਆਂ ਅੱਖ ਖੁੱਲਦਿਆਂ ਸਾਹ ਲਿਆ, ਉਸ ਸਾਹ ਦੇ ਵਿੱਚ ਸ਼ੁਕਰ ਹੋਵੇ ਕਿਤੇ ਵਾਹਿਗੁਰੂ ਤੂੰ ਨਵੀਂ ਜ਼ਿੰਦਗੀ ਦਿੱਤੀ ਹੈ, ਨਵਾਂ ਜੀਵਨ ਦਿੱਤਾ ਹੈ, ਇੱਕ ਬੰਦਗੀ ਹੈ ਤੇ ਲੇਖੇ ਵਿੱਚ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਫਿਰ ਰੱਬ ਦੀ ਸਿਫਤ ਸਲਾਹ ਦੇ ਵਿੱਚ ਕਿਤੇ 2 ਘੰਟੇ ਤੁਸੀਂ ਯਾਦ ਵਿੱਚ ਜੁੜ ਜਾਓ ਤੇ ਵੱਡੀ ਬਖਸ਼ਿਸ਼ ਮਿਲਦੀ ਹੈ। ਪਰਮਾਰਥ ਦੇ ਰਾਹ ਤੇ ਤੁਰਿਆਂ ਦੀ ਕਹਾਣੀ ਜਿਹੜੀ ਹੈ ਨਾ, ਉਹ ਬੜੀ ਇੱਕ ਅਨੋਖੀ ਤੇ ਅਲੌਕਿਕ ਕਹਾਣੀ ਹੁੰਦੀ ਹੈ। ਉਸ ਕਹਾਣੀ ਨੂੰ ਅਮਰ ਰੱਖਣ ਵਾਸਤੇ ਇਹ ਸਮਾਗਮ ਰੱਖੇ ਜਾਂਦੇ ਨੇ। ਸਾਧੂ ਨੇ ਤੇ ਨਾਮ ਜਪਿਆ ਤੇ ਜਿਹੜੇ ਨਾਮ ਜਪਦੇ ਆ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਸਭ ਤੋਂ ਵੱਡੀ ਵਡਿਆਈ ਤੇ ਨਾਮ ਦੀ ਹੈ। ਬੰਦਾ ਪੁੰਨ ਦਾਨ ਕਰੇ, ਠੀਕ ਹੈ, ਚੰਗੇ ਕਰਮ ਨੇ, ਪਰ ਰੱਬ ਦੇ ਦਰਗਾਹ ਦੇ ਵਿੱਚ, ਰੱਬ ਦੇ ਦਰਬਾਰ ਦੇ ਅੰਦਰ ਉਹਨੂੰ ਹੀ ਸਤਿਕਾਰ ਮਿਲਣਾ ਹੈ ਜਿਹੜਾ ਉਹਦੇ ਹੁਕਮ ਤੇ ਪਹਿਰਾ ਦੇ ਕੇ ਆਪਣੇ ਜੀਵਨ ਵਿੱਚ, ਆਪਣੀ ਹਯਾਤੀ ਵਿੱਚ ਕੋਈ ਸਿਮਰਨ ਦੀ ਦਾਤ ਲੈ ਕੇ ਗਿਆ। ਮਹਿਮਾ ਸਾਧੂਆਂ ਦੀ ਜਾਣਨੀ ਬੜੀ ਔਖੀ, ਜਾਣਨ ਵਾਲੇ ਨੂੰ ਰੱਬ ਮਿਲਾ ਦਿੰਦੇ। ਜਿਨ੍ਹਾਂ ਮਹਾਂਪੁਰਖਾਂ ਦੀ ਯਾਦ ਵਿੱਚ ਸਮਾਗਮ ਰੱਖਿਆ 2 ਰੋਜ਼ਾ। ਵੈਸੇ ਦੇਖਿਆ ਜਾਏ ਅਸੀਂ ਲਿਖ ਦਿੰਨੇ ਆ ਸਾਲਾਨਾ ਬਰਸੀ, ਬਰਸੀ ਦੇ ਅਰਥ ਵੀ ਉਹੀ ਹੈ ਤੇ ਸਾਲਾਨਾ ਦੇ ਅਰਥ ਵੀ ਉਹੀ ਹੈ। ਬਰਸੀ ਸਮਾਗਮ ਲਿਖ ਦਿਓ, ਬਰਸੀ ਦਾ ਮਤਲਬ ਵੀ ਤੇ ਇਹੀ ਹੈ। ਇਹ ਦੋਵੇਂ ਸ਼ਬਦ ਜਿਹੜੇ ਨੇ ਇਹਨਾਂ ਦੇ ਅਰਥ ਇੱਕੋ ਹੀ ਹੈ। ਸਾਲਾਨਾ ਸਾਲ ਬਾਅਦ, ਤੇ ਵਰਸੀ ਇਹਦਾ ਵੀ ਮਤਲਬ 1 ਸਾਲ ਬਾਅਦ। ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਦੇ ਨਾਮ ਵਿੱਚ ਬੜੀ ਬਰਕਤ ਹੈ। ਕਲਗੀਧਰ ਪਾਤਸ਼ਾਹ ਦੀ ਬਾਣੀ ਹੈ, ਹਰ ਹਰ ਜਨ ਦੋਈ ਇੱਕ ਹੈ, ਬਿਬ ਵਿਚਾਰ ਕਿਛ ਨਾਹੀ, ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਸਾਧੂ ਕਦੇ ਮਰਦਾ ਨਹੀਂ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਲਿਆ, ਭੇਦ ਨਾ ਜਾਣੋ ਮੂਲ ਸਾਈਂ। ਉਹ ਸਾਈਂ ਵਰਗੇ ਹੁੰਦੇ ਨੇ, ਉਹ ਰੱਬ ਵਰਗੇ ਹੁੰਦੇ ਆ। ਮਹਿਮਾ ਸਾਧੂਆਂ ਦੀ ਜਾਣਨੀ ਬੜੀ ਔਖੀ, ਜਾਣਨ ਵਾਲੇ ਨੂੰ ਰੱਬ ਮਿਲਾ ਦਿੰਦੇ। ਮੰਨਣਾ ਪੈਂਦਾ ਹੈ ਪ੍ਰਭੂ ਪਰਮਾਤਮਾ ਨੂੰ, ਜਿਹੜਾ ਬਚਨੇ ਮੁਖੋਂ ਫਰਮਾ ਦਿੰਦੇ। ਪੱਲਾ ਪਕੜਦਾ ਜੋ ਪੂਰੇ ਸਾਧੂਆਂ ਦਾ, ਉਹਦੀਆਂ ਜੜ੍ਹਾਂ ਪਤਾਲ ਲਗਾ ਦਿੰਦੇ। ਅਰਸ਼ੋ ਫਰਸ਼ ਤੇ ਫਰਸ਼ ਤੋਂ ਅਰਸ਼ ਕਰਦੇ, ਐਸਾ ਭਾਣਾ ਵੀ ਇਹ ਵਰਤਾ ਦਿੰਦੇ। ਹੋ ਜਾਏ ਨਜ਼ਰ ਸਵੱਲੀ ਜੇ ਸਾਧੂਆਂ ਦੀ, ਬਾਦਸ਼ਾਹ ਨਾ ਫਕੀਰੀ ਟਕਰਾ ਦਿੰਦੇ। ਸਾਗਰ ਸਾਧੂ ਹੀ ਡੂੰਘੇ ਭਵ ਸਾਗਰਾਂ ਚ ਡੁੱਬਦੇ ਹੋਏ ਨੂੰ ਪਾਰ ਲੰਘਾ ਦਿੰਦੇ। ਕੋਈ ਐਸਾ ਮਹਾਂਪੁਰਖ ਸੋ ਸ੍ਰੀ ਅਕਾਲ, ਕੋਈ ਮਹਾਨ ਸਾਧੂ ਦੀ ਯਾਦ ਵਿੱਚ ਸਮਾਗਮ ਹੋਵੇ ਤੇ ਜਿਹੜੇ ਸਮਾਗਮ ਦੇ ਵਿੱਚ ਹਾਜ਼ਰੀਆਂ ਭਰਦੇ ਨੇ, ਕਥਾ ਕੀਰਤਨ ਇਤਿਹਾਸ ਸਰਵਣ ਕਰਦੇ ਨੇ, ਉਹਨਾਂ ਨੂੰ ਮਿਲਦਾ ਕੀ ਹੈ? ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੜੇ ਪਿਆਰੇ ਬੋਲ ਹੈ, ਖਿਆਲ ਕਰਿਓ, ਪੜੋ ਪਤਾ ਲੱਗੇ। 1208 ਅੰਗ ਤੇ ਸਾਰੰਗ ਰਾਗ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਤੁਹਾਡੇ ਵੱਲ ਇਸ਼ਾਰਾ ਕਰ ਦਿੱਤਾ। ਕਹਿੰਦੇ ਕਿਸੇ ਪਿਆਰੇ ਦੀ ਯਾਦ ਵਿੱਚ ਜੁੜੇ ਹੋ ਨਾ ਜੇ, ਤੇ ਤੁਹਾਨੂੰ ਬੜੀ ਵੱਡੀ ਪ੍ਰਾਪਤੀ ਹੋਵੇਗੀ। ਹਰ ਜਨ ਰਾਮ 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 ਧਿਆਏ। ਅਗਲੀ ਪੰਕਤੀ ਕੀ ਹੈ? ਏਕ ਪਲਕ ਸੁਖ ਸਾਧ ਸਮਾਗਮ, ਕੋਟ ਬੈਕੁੰਠੇ ਪਾਏ। ਕਹਿੰਦੇ ਅੱਖ ਝਮਕਣ ਜਿੰਨਾ ਸਮਾਂ ਵੀ ਜੇ ਕਿਤੇ ਜੁੜ ਗਏ, ਕਰੋੜਾਂ ਸਵਰਗਾਂ ਦੀ ਗੱਲ ਚੱਲਦੀ ਹੈ। ਸਤ ਸੰਗਤ ਦੀ ਘੜੀ ਦਾ ਇੰਨਾ ਆਨੰਦ ਹੈ, ਕਿਤੇ ਅੱਖ ਝਮਕਣ ਜਿੰਨਾ ਸਮਾਂ ਵੀ ਜੁੜ ਜਾਂਦੇ ਆ ਨਾ, ਤੇ ਬੜੀ ਵੱਡੀ ਬਖਸ਼ਿਸ਼। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਤੇ ਜਿਹੜੀ ਗੱਲ, ਬੇਨਤੀ ਕਰਾਂ ਗੁਰਮੁਖੋ, ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਤਸਦੀਕ ਕਰ ਦਿੱਤੀ ਹੈ ਨਾ, ਦੁਨੀਆ ਦੀ ਕੋਈ ਤਾਕਤ ਨੂੰ ਝੁਠਲਾ ਨਹੀਂ ਸਕਦੀ। ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੂੰਹ ਕਨਾਏ। ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਏ। ਵੱਡਿਆਂ ਭਾਗਾਂ ਵਾਲਿਓ, ਜਿਹੜੇ ਮਹਾਂਪੁਰਖਾਂ ਦੀ ਯਾਦ ਅੰਦਰ ਜੁੜੇ, ਆਓ ਸਾਂਝ ਬਣਾਈਏ। ਮੈਂ ਤੁਹਾਡਾ ਧਿਆਨ ਗੁਰੂ ਚਰਨਾਂ ਵਿੱਚ ਕੇਂਦਰਿਤ ਕਰਨ ਵਾਸਤੇ ਇਹ ਬੋਲ ਸਾਂਝੇ ਕੀਤੇ ਹੈ। ਬੁਲਾਰੇ ਦਾ ਫਰਜ਼ ਹੈ ਕਿਹੜਾ?
कोई रागी है, कोई ढाडी है, कोई कथावाचक है, किसी ने भी कोई गुरमत की गल करनी है ना, उन्हें संगत के नाल साझ बनाउणी। कई सोचते होणगे भी फतेह नहीं बुलाई असीं अवेसले हो जाने कई बारी। सारियां संगत विच बैठिया भी हुंगारा सारियां दा नहीं हुंदा जदों फतेह बुलाउने, इदां ही है ना जी। ते गुरु दा ते हुक्म है, आगे आवत सिंह जो पावे वाहिगुरू जी की असीं अपनी जिंदगी विच गुरु दे इस हुक्म ते पहरा दिता भाई जदों भी किसी नूं मिलना उदों फतेह साझी करनी है। सवेर तो लैके शामां तक राहे गाहे बगाहे किन्ने सज्जन सानूं मिलदे ने, असीं फतेह नहीं साझी करदे। गुरु ने बड़ी वड्डी बख्शिश साडे ते कीती, असीं गवा लई। 2 वारी वाहिगुरू शब्द दा सिमरन हो जांदा है। मैं कहना कौम दी बंदगी किन्नी हो जाएगी, कौम दा सिमरन किन्ना हो जाएगा जदों हर सिख ਇਹ ਫਰਜ਼ ਸਮਝੇ ਵੀ ਜਦੋਂ ਵੀ ਕਿਸੇ ਨੂੰ ਮਿਲਣਾ ਹੈ ਉਦੋਂ ਫਤਿਹ ਬੁਲਾਉਣੀ ਹੈ। ਅਜੇ ਤੱਕ ਕਈ ਸਿੱਖ ਹੈਗੇ ਨੇ ਕਿਤੇ ਅੱਗੇ ਕਹੀਏ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਵਾਬ ਨਹੀਂ ਹੁੰਦਾ, ਫਤਿਹ ਵੀ ਨਹੀਂ ਬੁਲਾਉਣੀ ਆਉਂਦੀ ਹੈ। ਕਿੰਨੀ ਕੁ ਗੱਲ ਹੈ ਪਿਆਰੇ। 52 ਹੁਕਮ ਨੇ ਨੰਦੇੜ ਦੀ ਪਾਵਨ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਕੌਮ ਪੰਥ ਦੇ ਨਾਂ ਤੇ ਅਸੀਂ 52 ਤੇ ਕੀ ਮੰਨਣੇ ਆ। ਅਸੀਂ ਇਸ ਹੁਕਮ ਤੇ ਵੀ ਨਹੀਂ ਪਹਿਰਾ ਦਿੱਤਾ ਵੀ ਗੁਰੂ ਨੇ ਸਾਡੀ ਝੋਲੀ 'ਚ ਫਤਿਹ ਪਾਈ ਹੈ ਤੇ ਅਸੀਂ ਫਤਿਹ ਨਹੀਂ ਬੁਲਾਉਂਦੇ। ਕੋਈ ਰਸਨਾ ਵਾਂਝੀ ਨਾ ਰਹੇ, ਜਿਹਨੇ ਨਹੀਂ ਬੁਲਾਉਣੀ ਉਹਦੇ ਬੈਠਣ ਦਾ ਕੋਈ ਅਰਥ ਨਹੀਂ। ਇਹ ਵੀ ਮੈਂ ਕਹਿ ਦਿਆਂ, ਇਹ ਨਾ ਕਿ ਉਹ ਵੀ ਸਖਤੀ ਨਾਲ ਨਹੀਂ। ਜਿਹਨੇ ਫਤਿਹ ਨਹੀਂ ਬੁਲਾਉਣੀ ਉਹਨੂੰ ਬੈਠਣ ਦਾ ਕੋਈ ਅਧਿਕਾਰ ਨਹੀਂ। ਇੱਥੇ ਸਭ ਨੂੰ ਬੇਨਤੀ ਹੈ, ਅਦਬ ਸਤਿਕਾਰ ਸਿਮਰਨ ਬੰਦਗੀ ਆਓ ਰੱਬ ਦੇ ਨਾਂ ਨਾਲ ਜੁੜੀਏ। ਇਹ ਨਾਰਾ ਨਹੀਂ ਹੈ, ਇਹ ਤੇ ਬਖਸ਼ਿਸ਼ ਹੈ। ਸਾਰੇ ਮਿਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਾਂ ਬੇਹੱਦ ਕੀਮਤੀ ਹੈ, ਮੈਂ ਇਸ ਕੀਮਤੀ ਸਮੇਂ ਨੂੰ ਗਵਾਉਣਾ ਨਹੀਂ ਚਾਹੁੰਦਾ। ਸਮਾਂ ਘੱਟ ਨਹੀਂ ਹੁੰਦਾ, ਕਈ ਵਾਰੀ ਸਾਡਾ ਖਿਆਲ ਹੁੰਦਾ ਹੈ ਕਿਉਂਕਿ ਸਾਡੀਆਂ ਖਾਸ ਕਰਕੇ ਢਾਡੀਆਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਕਮਿਸ਼ਰਾਂ ਦੀਆਂ, ਅਸੀਂ ਕਹਿ ਦਿੰਦੇ ਜੀ ਸਮਾਂ ਬੜਾ ਘੱਟ ਸੀ, ਕੀ ਕਹਿਣਾ। ਸਮਾਂ ਕਦੇ ਘੱਟ ਨਹੀਂ ਹੁੰਦਾ, ਸਮਾਂ ਕੀਮਤੀ ਹੁੰਦਾ। ਮੈਂ 2 ਘੰਟੇ ਵਿੱਚ ਵੀ ਉਹੀ ਗੱਲ ਕਰ ਸਕਦਾ ਹਾਂ, 3 ਘੰਟੇ ਵਿੱਚ ਵੀ ਉਨੀ ਗੱਲ ਹੋ ਸਕਦੀ ਹੈ ਤੇ ਉਨੀ ਗੱਲ 30 ਮਿੰਟਾਂ ਵਿੱਚ ਵੀ ਹੋ ਸਕਦੀ ਹੈ। ਇਹ ਤੇ ਗੁਰੂ ਨੇ ਕਲਾ ਦਿੱਤੀ ਹੈ ਨਾ, ਤੇ ਕਲਾ ਨੂੰ ਕਿਵੇਂ ਸ਼ਿੰਗਾਰਨਾ ਹੈ, ਕਿਵੇਂ ਵਿਚਾਰਨਾ ਹੈ, ਕਿਵੇਂ ਸੰਗਤ ਦੇ ਸਨਮੁਖ ਰੱਖਣਾ ਹੈ। ਜਿਹਦੇ ਤੇ ਗੁਰੂ ਤੁਰਠੇ, ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ, ਦਾਵਾ ਕੋਈ ਨਹੀਂ। ਸਿੱਖੀ ਵਿਚਾਰ ਤੇ ਪਿਆਰ ਦੀ ਏ। ਹਰ ਸਟੇਜ ਤੇ ਮੈਂ ਕਹਿਣਾ ਹੁੰਨਾ, ਅੱਜ ਸਾਡੀ ਕੌਮ ਦੇ ਪ੍ਰਚਾਰਕਾਂ 'ਚ ਹੰਕਾਰ ਬੜਾ ਆ ਗਿਆ। ਇੱਥੇ ਤੇ ਹੰਕਾਰ ਪਾਉਂਦਾ ਹੀ ਨਹੀਂ। ਜਿੱਥੇ ਹੰਕਾਰ ਹੈ ਉੱਥੇ ਨਿਰੰਕਾਰ ਨਹੀਂ। ਹੰਕਾਰ ਮਰੇਗਾ ਤੇ ਨਿਰੰਕਾਰ ਮਿਲੇਗਾ ਨਾ। ਕੇਵਲ ਵਿਚਾਰ ਇਹ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਆ। ਆਓ ਸੁਰਤ ਕਰਕੇ ਆਪਾਂ ਚਲੇ ਜਾਈਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਨਮੁਖ ਅਕਾਲ ਤਖਤ ਸਾਹਿਬ। 30 ਮਈ 1606 ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ। ਸਿਆਣੇ ਸੱਜਣ ਤੁਸੀਂ ਬੈਠੇ ਹੋ, ਸ਼ਹਾਦਤ ਦਾ ਪ੍ਰਤੀਕਰਮ ਕੀ ਹੈ ਜਿਹੜਾ ਖਿਆਲ ਕਰਿਓ। ਕੌਮ ਦੇ ਵਿੱਚ ਡਰ ਪੈਦਾ ਹੋ ਜਾਣਾ ਸੀ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਸਤਿਗੁਰੂ ਨੂੰ ਤਪਦੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਹਕੂਮਤ ਨੇ। ਤੁਹਾਨੂੰ ਪਤਾ ਹੈ ਦੁਨੀਆ ਦਾ ਪਹਿਲਾ ਸ਼ਹੀਦ ਸੁਕਰਾਤ ਯੂਨਾਨ ਵਿੱਚ ਪੈਦਾ ਹੋਇਆ। ਜ਼ਹਿਰ ਦਾ ਪਿਆਲਾ ਪੀ ਕੇ ਇਹਨੇ ਆਪਣੀ ਸ਼ਹਾਦਤ ਦਿੱਤੀ। ਕਹਾਣੀ ਲੰਮੀ ਹੈ, ਮੈਂ ਥੋੜੇ ਸ਼ਬਦਾਂ 'ਚ ਕਹਿ ਰਿਹਾ। ਦੁਨੀਆ ਦਾ ਦੂਜਾ ਸ਼ਹੀਦ ਕ੍ਰਿਸਚਨਾਂ ਦਾ ਪੈਗੰਬਰ ਹੈ ਯਿਸੂ ਮਸੀਹ। ਤੀਜਾ ਇਮਾਮ ਹੁਸੈਨ ਹਜ਼ਰਤ ਮੁਹੰਮਦ ਸਾਹਿਬ ਦਾ ਦੋਤਰਾ ਕਰਬਲਾ ਦੇ ਮੈਦਾਨ ਵਿੱਚ 3 ਦਿਨ ਧਿਆਇਆ ਲੜਦਾ ਰਿਹਾ। ਚੌਥਾ ਸ਼ਹੀਦ ਈਰਾਨ ਪੈਦਾ ਹੋਇਆ, ਬਗਦਾਦ ਸੂਲੀ ਚਾੜ ਕੇ ਸ਼ਹੀਦ ਕਰਤਾ ਮਨਸੂਰ। 5ਵੇਂ ਗੁਰੂ ਅਰਜਨ ਦੇਵ ਮਹਾਰਾਜ ਨੇ ਦੁਨੀਆ ਦੇ ਸ਼ਹੀਦ ਪਰ ਸਰਤਾਜੇ ਸ਼ਹੀਦਾਂ ਇਸ ਕਰਕੇ ਨੇ ਉਹਨਾਂ ਦੀਆਂ ਸ਼ਹਾਦਤਾਂ ਤੋਂ ਬਾਅਦ ਸਦੀਆਂ ਬਾਅਦ ਕੋਈ ਸ਼ਹੀਦ ਹੁੰਦਾ ਆਇਆ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦੇ ਵਿੱਚੋਂ ਸ਼ਹੀਦਾਂ ਦੇ ਗੰਜ ਖੜ ਕੇ ਸਾਹਮਣੇ ਆ ਗਿਆ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਰਤਾਜੇ ਸ਼ਹੀਦਾਂ ਕਿਹਾ ਜਾਂਦਾ ਹੈ। ਉਹ ਸੰਤਾਂ ਦੇ ਸੰਤ ਨੇ, ਉਹ ਬ੍ਰਹਮ ਗਿਆਨੀਆਂ ਦੇ ਬ੍ਰਹਮ ਗਿਆਨੀ ਹੈ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਾਰ ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਾਰ ਤੇ ਹਾਰ ਦੇ ਘਰੇ ਹਰ ਗੋਬਿੰਦ। 11 ਸਾਲ ਦੀ ਉਮਰ ਹੈ ਜੀ। ਇਸ ਤੋਂ ਪਹਿਲਾਂ ਕਿ ਕੌਮ ਦੇ ਵਿੱਚ ਡਰ ਪੈਦਾ ਹੋ ਜਾਂਦਾ, ਉਸ ਡਰ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਵੀਰ ਰਸ ਵਿੱਚ ਬਦਲਣਾ। ਗੁਰੂ ਅਰਜਨ ਸਾਹਿਬ ਮਹਾਰਾਜ ਜ਼ਿੰਮੇਵਾਰੀਆਂ ਗੱਦੀ ਦੀਆਂ ਦੇ ਕੇ ਗਏ ਸਨ ਤੇ ਜਿਹੜੀ ਤੇਗਾ ਪਹਿਨਾਉਣ ਦੀ ਮਰਿਆਦਾ ਹੈ ਇਹ ਗੁਰੂ ਦੀ ਸ਼ਹਾਦਤ ਤੋਂ ਬਾਅਦ ਦੀ ਹੈ, ਪਹਿਲਾਂ ਦੀ ਨਹੀਂ। ਗੁਰਿਆਈ ਪਹਿਲਾਂ ਦੀ ਹੈ, ਪਰ ਤੇਗਾ ਪਹਿਨਾਉਣ ਦੀ ਜਿਹੜੀ ਗੱਲ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਦੀ ਹੈ। ਔਰ ਕਿਹਨੂੰ ਮਾਣ ਤੇ ਕਿਹਨੂੰ ਇਹ ਵਡਿਆਈ ਮਿਲੀ ਹੈ? ਉਹ ਬਾਬਾ ਜੀ ਨੂੰ ਬਾਬੇ ਨਾਨਕ ਨੇ ਕਿਹਾ ਸੀ ਤੈਥੋਂ ਓਲੇ ਕਦੇ ਨਾ ਹੋਸਾਂ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ। ਕਿਉਂਕਿ ਇੱਕ ਬ੍ਰਹਮ ਗਿਆਨੀ ਦੀ ਯਾਦ ਵਿੱਚ ਸਮਾਗਮ ਹੈ ਤੇ ਗੱਲ ਵੀ ਬ੍ਰਹਮ ਗਿਆਨੀ ਦੀ ਕਰਾਂਗਾ। ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਸੀ ਬੁੱਢਿਆ ਮੈਂ ਤੇਰੇ ਤੋਂ ਓਲੇ ਕਦੇ ਨਹੀਂ।
ब्रह्म ज्ञानी बाबा बुढ़ा साहब जी ने कहा सी ना उस वेले जदों लहणा जी प्रवान चढ़े, असल विच असीं कहने जी भाई लहणा तो बिना होर कोई नहीं सिख प्रवान चढ़िया। एक नहीं दो सन, एक भाई लहणा ते दूजा ब्रह्म ज्ञानी बाबा बुढ़ा साहब। गुरु ने हुक्म कीता सी, बाकी ते सारे पिछे मुड़ गए सी ना जदों मेरे सतगुरु ने सांग वरताया अखीरला समा, कहानी लंबी, बाकी सारे पीछे हो गए। माया सुटी गई, कई माया दे प्यारे माया चुक के पीछे चले गए। भाई लहणे ने कहा सी सतगुरु जी मेरा ते है ही कोई नहीं तुहाडे तो बिना, ताइयों ते लहणा बाबे नानक दी पैड़ मगर तुरिया जांदा है, भावें डंडे वजे बड़ा कुछ होया है। ते ब्रह्म ज्ञानी बाबा बुढ़ा साहब जी नूं गुरु नानक देव महाराज ने कह दिता सी भी तुसीं रुक जाओ, बाबा जी तुसीं अगे नहीं आओ। बाबा जी भी जा रहे सी ते गुरु दा हुक्म जी ने मनना है, हुक्म मनना हुआ प्रवान तां खसमे कमल पाए। इस करके दो प्रवान चढ़े है, एक सेवादार है ते दूसरा गुरियाई गद्दी दा जिम्मेवार है। ये दोवें गल्लां जिम्मेवार गुरियाई गद्दी दा ते सेवादार उत्तराधिकारी की गल कर लईए ते नाल ओदी हजूरी विच सेवादार होना बहुत जरूरी सी। इस करके गुरु अंगद देव महाराज नूं जदों थापिया लहणा जीव दे घोड़े आई सिर छत्र फिराया, ज्योति जोत मलाए कै सतगुर नानक रूप वटाया। जदों एक कला वरता दी बाबे नानक ने बई अपनी जगह ते अपने सिख नूं बिठा दिता, जो तोहा जुगत साए सकाया फेर पलटिए ते फिर ब्रह्म ज्ञानी बाबा बुढ़ा साहब जी आए, जिन्हां नूं वचन दिता सी तैथों ओले कदे ना होसां। उन्हां कोलों सेवा निभाई, गुरु नानक ने आप ते परिक्रमा कर दित्ती, परिक्रमा करके मत्था टेक दिता भाई लहणे नूं गुरु अंगद करके ते गुरियाई गद्दी दा तिलक के मन्निया जांदा ब्रह्म ज्ञानी बाबा बुढ़ा साहब जी ने अपने हत्थां नाल पहला मत्था गुरु नूं बाबे नानक ने टेकिया आप ते दूजा मत्था ब्रह्म ज्ञानी बाबा बुढ़ा साहब जी टेक रहे ने। ये मर्यादा चलदी रही है गुरु अंगद देव महाराज वेले, गुरु अमरदास वेले, गुरु रामदास, गुरु अर्जन साहब महाराज। अज गुरु हरगोबिंद पातशाह दा समय ते गुरु अर्जन साहब महाराज ने ते कह दिता सी, गुरु हरगोबिंद पातशाह दे प्रकाश वेले तुहानूं पता होना चाहिए ये नाम ही हरगोबिंद जिहड़ा रखिया है भी ब्रह्म ज्ञानी बाबा बुढ़ा साहब जी दा रखिया होया है। ते सारियां जिम्मेवारियां जदों गए सी सतगुरु पातशाह लाहौर शहादत देण लई, उदों ब्रह्म ज्ञानी बाबा बुढ़ा साहब जी नूं सौंप गए सी बई साडे तो बाद संत सिपाही हो जाना चाहिए। ये गुरु नानक दी गद्दी इहदी दिख थोड़ी जी बदलेगी, क्योंकि भगती प्रपक होगी तपदियां तवियां ते बह के भगती चो शक्ति ने जन्म लेना ते होया भी इदां ही। भगती साडी किथे है? हरमंदर साहब पीरी दा प्रकाश ते शक्ति किथे है? अकाल तख्त साहब। हुण आपां उस वार वाल आउणा जिहड़ी वार नत्था ते अब्दुल ढाडी ने पढ़ी, बड़े जोग शब्द सी, ओही वार मैं पढ़ांगा जिहड़ी पहली वार अकाल तख्त साहब से पढ़ी गई। दो रचनावां मैं एक कहणीआं, उस तो बाद एक किसानी मोर्चे नूं समर्पित आ थोड़े दिनां तक मेरा बई निश्चय कर अपनी जीत करोड़ मुड़ दोहरावांगे, कलगी धरदी ओट असीं जंग जित के आवांगे। वो तुहाडे नाल साझी करनी। सत श्री अकाल। ब्रह्म ज्ञानी बाबा बुढ़ा साहब जी आए, उन्होंने सतगुरु महाराज दे तन उत्ते केसरी बाणा पहना दिता, सीस उत्ते अपने हथी दस्तार सजाई। अकैरी नहीं, पहला पंजा जामिया तक अकैरी दस्तार सी, हुण दोहरी। ये भी मुढ़ जे बजा ते गुरु हरगोबिंद पातशाह वेले तो बजा। पहला अकैरी दस्तार बनते रहे गोल गुरु पातशाह, फिर दोहरी दस्तार गुरु हरगोबिंद पातशाह वेले बन्नी गई ते बन्नी किने? ब्रह्म ज्ञानी बाबा बुढ़ा साहब जी ने। ते गल दो तेगा पहना दित्तियां, एक तेग पहला पा दित्ती सज्जे पासे। कुछ शंका होया सिखां नूं, उन्होंने मन दे शंके ये सी कि बाबा बजुर्ग हो गया है, इहनूं पता नहीं भी दुनिया दा कोई तेग धारी ऐसा नहीं जिहदे सज्जे पासे तेग पाई गई होवे। ये की कीता बाबे ने? दुनिया दा कोई तलवार धारी, कोई तेग धारी इदां दा वेखिया ही नहीं बई जिहदे सज्जे पासे तेग होवे। मन दे विच कुछ शंका सी सिखां दे। ब्रह्म ज्ञानी जिहड़ा होवे उहनूं भुलेखा नहीं लगदा, वो ते जाणदे सी सारा कुछ। फिर भी शंका निवृत्त करन वास्ते ब्रह्म ज्ञानी बाबा बुढ़ा साहब जी कहण लगे, सिखो तुहाडे मन विच शंका पैदा हो गया बई दुनिया दा कोई ऐसा तेग धारी नहीं होया जिहने सज्जे पासे तेग पाई होवे। ते
ਗੁਰੂ ਦੇ ਸੱਜੇ ਪਾਸੇ ਪਾਈ ਹੈ। ਅਸਲ ਵਿੱਚ ਤੁਸੀਂ ਵੀ ਸੱਚੇ ਹੋ ਕਿ ਦੁਨੀਆ ਦਾ ਕੋਈ ਵੀ ਐਸਾ ਤਲਵਾਰਧਾਰੀ ਨਹੀਂ ਜਿਹਦੇ ਕੋਲ ਭਗਤੀ ਹੋਵੇ, ਪੀਰੀ ਹੋਵੇ। ਪੀਰੀ ਤੋਂ ਸਖਣੀ ਸ਼ਕਤੀ ਜਿਹੜੀ ਹੈ ਉਹ ਜ਼ੁਲਮ ਕਰਦੀ ਹੈ, ਅਤਿਆਚਾਰ ਕਰਦੀ ਹੈ। ਤਲਵਾਰ ਸ਼ਕਤੀ ਦੀ ਪ੍ਰਤੀਕ ਹੈ, ਪਰ ਇਸ ਸ਼ਕਤੀ ਪਿੱਛੇ ਭਗਤੀ ਦੀ ਪਾਣ ਚਾਹੀਦੀ ਹੈ। ਇਹ 5 ਜਾਮਿਆਂ ਤੱਕ ਤਪਦੀਆਂ ਤਵੀਆਂ ਤੇ ਬਹਿ ਕੇ ਪੀਰੀ ਪੱਕੀ ਹੋਈ ਹੈ। ਜਿਹੜੀ ਮੈਂ ਸੱਜੇ ਪਾਸੇ ਪਾਈ ਹੈ ਨਾ, ਇਹ ਪਹਿਲੀ ਵਾਰੀ ਬਾਬੇ ਕਿਆਂ ਦੇ ਘਰ ਦੀ ਰਵਾਇਤ ਹੈ। ਮੁੱਢ ਵੱਜ ਗਿਆ, ਇਹ ਪੀਰੀ ਦੀ ਪਾ ਦਿੱਤੀ ਹੈ। ਇਹ ਪੀਰੀ ਦੀ ਹੈ, ਭਗਤੀ ਦੀ ਹੈ। ਇੱਕ ਤੇਗ ਹੋਰ ਪਾਈ ਤੇ ਸਿੱਖ ਕਹਿੰਦੇ ਬਾਬੇ ਨੂੰ ਭੁਲੇਖਾ ਲੱਗਾ ਹੋਣਾ ਹੈ। ਕਹਿੰਦੇ ਸੀ ਹੁਣ ਲਾਉਣੀ ਕਾ ਤੋਂ ਇੱਕ ਹੋਰ ਪਾ ਦਿੰਦੇ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਭੁਲੇਖਾ ਕੋਈ ਨਹੀਂ, ਜੋ ਗੁਰੂ ਕਹਿ ਕੇ ਗਿਆ ਮੈਂ ਗੁਰੂ ਦੇ ਹੁਕਮ ਦੀ ਪਾਲਣਾ ਕੀਤੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਹੁਕਮ ਸੀ, ਉਸ ਹੁਕਮ ਦੀ ਪਾਲਣਾ ਹੈ। ਇਹ ਹੁਣ ਮੀਰੀ ਦੀ ਹੈ, ਸ਼ਕਤੀ ਦੀ ਹੈ, ਭਗਤੀ ਚੋਂ ਸ਼ਕਤੀ ਨਿਕਲੀ ਹੈ। ਤੇ ਸਿੱਖੋ ਅਜੇ ਤੇ ਇਹ ਦੋ ਮਿਆਨਾਂ ਵਿੱਚ ਦੋ ਵੱਖਰੀਆਂ ਤੁਹਾਨੂੰ ਦਿਸ ਰਹੀਆਂ ਹਨ। ਕਦੇ ਸਮਾਂ ਆਉਣਾ ਵੀ ਇੱਕੋ ਮਿਆਨ ਵਿੱਚ ਦੋਵੇਂ ਪੈ ਜਾਣਗੇ। ਤੇ ਸਿੱਖ ਕਹਿਣ ਲੱਗੇ ਬਾਬੇ ਦੀ ਮੱਤ ਨੂੰ ਕੀ ਹੋਇਆ? ਏਦਾਂ ਤੇ ਇਹ ਹਉਣੀ ਬਾਤ ਹੈ ਨਾ, ਉਲਟੀ ਗੰਗਾ ਵਹਿ ਗਈ। ਕਹਿੰਦੇ ਏਦਾਂ ਹੋ ਸਕਦਾ ਭਲਾ? ਬਈ ਇੱਕ ਮਿਆਨ 'ਚ ਦੋ ਤਲਵਾਰਾਂ ਕਦੇ ਨਹੀਂ ਪੈਂਦੀਆਂ। ਇਹ ਅਖਾਣ ਤੇ ਮੁਹਾਵਰੇ ਵੀ ਹੈ ਨਾ, ਆਪਾਂ ਸੁਣਦੇ ਆਏ ਆ। ਬਈ ਇੱਕ ਮਿਆਨ 'ਚ ਕਦੇ ਦੋ ਤਲਵਾਰਾਂ ਨਹੀਂ ਪੈਂਦੀਆਂ। ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਇੱਕੋ 'ਚ ਦੋਵੇਂ ਪੈ ਜਾਣਗੀਆਂ। ਪਰ ਸਮਾਂ ਆਏਗਾ ਜੇ। ਕਿਵੇਂ ਆਏਗਾ ਸਮਾਂ? ਉਹ ਕਲਗੀਧਰ ਪਾਤਸ਼ਾਹ ਵੇਲੇ ਇੱਕੋ ਮਿਆਨ 'ਚ ਦੋਵੇਂ ਤਲਵਾਰਾਂ ਕਿਵੇਂ ਪਈਆਂ? ਤੁਹਾਨੂੰ ਪਤਾ ਇੱਕ ਸ਼ਸਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਾਢ ਹੈ। 2 ਧਾਰਾ ਖੰਡਾ, 2 ਧਾਰਾ ਪੀਰੀ ਤੇ ਮੀਰੀ ਦੀ ਧਾਰ ਪਿੱਠਾਂ ਜੋੜ ਦਿੱਤੀਆਂ ਉਹਨਾਂ ਦੀਆਂ। ਮੀਰੀ ਤੇ ਪੀਰੀ ਦੀਆਂ ਤਲਵਾਰਾਂ ਦੀਆਂ ਪਿੱਠਾਂ ਜੋੜ ਕੇ ਇੱਕ ਸ਼ਸਤਰ ਤਿਆਰ ਕੀਤਾ, 2 ਧਾਰਾ ਖੰਡਾ। ਇਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖੋ। ਦੁਨੀਆ ਤੇ ਮੰਨਦੀ ਹੈ ਬਈ ਇੱਕ ਮਿਆਨ 'ਚ 2 ਤਲਵਾਰਾਂ ਨਹੀਂ ਪੈ ਸਕਦੀਆਂ, ਪਰ ਤੁਹਾਡਾ ਗੁਰੂ ਤੇ ਪਰਮੇਸ਼ਰ ਰੂਪ ਹੈ। ਗੁਰ ਪਰਮੇਸ਼ਰ ਏਕੋ ਜਾਣ, ਉਹ ਸਭ ਕੁਝ ਕਰ ਸਕਦਾ ਹੈ। ਇਸ ਕਰਕੇ ਤੁਹਾਡੇ ਗੁਰੂ ਨੇ ਆਉਣ ਵਾਲੇ ਸਮੇਂ 'ਚ ਇਹ ਦੋਵੇਂ ਇੱਕ ਮਿਆਨ ਵਿੱਚ ਪਾ ਦੇਣੀਆਂ ਹੈ। ਫਿਰ 10ਵੇਂ ਪਾਤਸ਼ਾਹ ਵੇਲੇ ਐਸਾ ਹੋਇਆ ਕਿ ਉਹ 2 ਤਲਵਾਰਾਂ ਇੱਕੋ ਮਿਆਨ ਵਿੱਚ ਪੈ ਗਈਆਂ। ਪਿਆਰਿਓ, 2 ਧਾਰਾ ਖੰਡਾ ਸਰਬ ਲੋਹ ਦੇ ਬਾਟੇ ਵਿੱਚ ਫਿਰਿਆ। ਜਿਹਨੇ ਉਹ ਅੰਮ੍ਰਿਤ ਦਾ ਘੁੱਟ ਪੀ ਲਿਆ, ਉਹ 1.25 ਲੱਖ ਨਾਲ ਟਕਰਾ ਗਿਆ। ਆਓ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਪਹਿਨ ਕੇ ਮੀਰੀ ਤੇ ਪੀਰੀ ਦੀਆਂ ਤੇਗਾਂ ਸਜਾ ਕੇ ਸੀਸ ਉੱਤੇ ਦਸਤਾਰ ਲਾ ਕੇ ਮੱਥੇ ਤੇ ਹੀਰਾ ਜੜੀ ਕਲਗੀ ਕਾਮ ਨੂੰ ਸਬਦ ਹੋ ਕੇ ਨਵਾਂ ਐਲਾਨ ਕਿਵੇਂ ਕੀਤਾ ਇਹ ਬੇਨਤੀ। ਸੁਣੋ ਸਾਡਾ ਫਰਮਾਨ ਸਿੱਖ ਕੌਮ ਨੂੰ ਜ਼ਿੰਦਗੀ ਦੇਣ ਲਈ। महान जुल्म करे मुगल सरकार जो जुल्म करे मुगल सरकार जो नहीं सानू परवान जोर जबर नाल टकराउण लई। जबर नाल टकराउण
ਮਜ਼ਲੂਮ ਦੀਆਂ ਕਰਨੀ ਹੈ ਮਜ਼ਲੂਮ ਦੀ ਸਾਰੇ ਸੋਧਾਂਗੇ ਹੈਵਾਨ ਹਾਜ਼ਰ ਕਰੋ ਜਵਾਨੀਆਂ ਆਣ ਕੇ ਕੁਰਬਾਨ ਚੰਗੇ ਸ਼ਸਤਰ ਭੇਟਾ ਹੋਣਗੇ ਉਹ ਚੰਗੇ ਸ਼ਸਤਰ ਭੇਟਾ ਹੋਣਗੇ ਹੋਣਗੇ ਵਧਣੀ ਤਾਂ ਸਿੱਖੀ ਦੀ ਸ਼ਾਨ ਸਾਖਰ ਅਣਖਿਆ ਜਾਦੀ ਵਾਸਤੇ ਸਾਖਰ ਅਣਖਿਆ ਜਾਦੀ ਵਾਸਤੇ ਹੋਵੇ ਹਰ ਕੋਈ ਬਲਵਾਨ ਬੁਲਬੁਲ ਦੇ ਪੰਜਿਆਂ ਚ ਕਦੇ ਬਾਜ ਨਾ ਰਹਿੰਦੇ ਜ਼ੁਲਮ ਦੀਆਂ ਨੀਹਾਂ ਤੇ ਕਦੇ ਰਾਜ ਨਾ ਰਹਿੰਦੇ ਜਿਸ ਕੌਮ ਨੂੰ ਸਿਰ ਝੁਕਾ ਕੇ ਚੱਲਣ ਦੀ ਪੈ ਜਾਏ ਆਦਤ ਉਸ ਕੌਮ ਦੇ ਸਿਰ ਤੇ ਕਦੇ ਤਾਜ ਨਾ ਰਹਿੰਦੇ ਉਸ ਕੌਮ ਦੇ ਸਿਰ ਤੇ ਕਦੇ ਤਾਜ ਨਾ ਰਹਿੰਦੇ ਅਣਖੇ ਜਾਤੀ ਵਾਸਤੇ ਹੋਵੇ ਹਰ ਕੋਈ ਬਲਵਾਨ ਹੋਵੇ ਹਰ ਕੋਈ ਬਲਵਾਨ ਗੁਰੂ ਚਰਨਾਂ ਤੋਂ ਬਖਸ਼ਿਸ਼ ਲੈਂਦੇ ਆ ਇੱਕ ਵਾਰੀ ਸਾਰੇ ਜਿਤਨੇ ਵੀ ਆਪ ਸੰਗਤੀ ਰੂਪ ਵਿੱਚ ਹਾਜ਼ਰ ਹੋਏ ਹੋ ਰਸਨਾ ਕਰੋ ਪਵਿੱਤਰ ਤੇ ਆਖੋ ਸਤਨਾਮ ਸ਼੍ਰੀ ਵਾਹਿ ਸੱਚਾ ਤਖਤ ਸਹਾਇਓ ਸ਼੍ਰੀ ਗੁਰੂ ਪਾਏ ਕੈ ਸ਼ਬ ਬਰਨੀ ਨਾ ਜਾਏ ਕਹੋ ਕਿ ਆ ਗਾਇਕ ਹੈ ਰਵ ਸਸ ਭੈ ਮਲੀਨ ਸੋ ਦਰਸ਼ ਦਿਖਾਏ ਕੈ ਸ਼੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਏ ਕੈ ਮੀਰ ਨੱਥਾ ਤੇ ਅਬਦੁਲ ਜਸ ਕਹੇ ਸੁਣਾਏ ਮੇਰੇ ਸਤਿਗੁਰੂ ਨੇ ਇਹ ਮਰਿਆਦਾ ਲਾਜ਼ਮੀ ਕਰ ਦਿੱਤੀ ਕਿ ਜਿੰਨਾ ਜ਼ਰੂਰੀ ਕੀਰਤਨ ਸੁਣਨਾ ਹੈ ਉਨਾ ਜ਼ਰੂਰੀ ਇਤਿਹਾਸ ਨੂੰ ਸੁਣਨਾ ਅਸੀਂ ਕੀ ਕਰਦੇ ਕਈ ਵਾਰੀ ਸਾਡਾ ਕੰਨ ਰਸ ਹੁੰਦਾ ਹੈ ਕੀਰਤਨ ਨੂੰ ਤੇ ਸੁਣਦੇ ਆ ਪਰ ਬਬਾਣੀਆਂ ਕਹਾਣੀਆਂ ਬਾਣੀ ਦਾ ਬਚਨ ਭੁੱਲ ਜਾਂਦੇ ਆ ਇਹ ਹਕੀਕਤ ਹੈ ਸਾਡੀ ਤਰਾਸਦੀ ਰਹੀ ਹੈ ਕੀਰਤਨ ਭਗਤੀ ਜ਼ਰੂਰੀ ਹੈ ਪਰ ਜੇ ਗੁਰੂ ਨੂੰ ਜੋ ਗੁਰੂ ਸਮਝਦੇ ਹੋ ਗੁਰੂ ਤੇ ਕੋਈ ਇਹ 10 ਜਾਮੇ ਧਾਰਨ ਕੀਤੇ 10 ਗੁਰੂ ਨਹੀਂ ਅਰਦਾਸ ਦੇ ਪਹਿਲੇ ਪੜਾਅ ਦੀ ਜਿੱਥੇ ਸਮਾਪਤੀ ਹੁੰਦੀ ਹੈ ਕਦੇ ਧਿਆਨ ਦਿਓ ਉੱਥੇ ਗੁਰੂਆਂ ਸ਼ਬਦ ਥੋੜੀ ਜੇ ਉੱਥੇ ਗੁਰੂਆਂ ਸ਼ਬਦ ਹੁੰਦਾ ਵੀ 10 ਗੁਰੂਆਂ ਦੀ ਆਤਮਿਕ ਜੋਤ ਨਹੀਂ ਉੱਥੇ ਪਾਤਸ਼ਾਹੀਆਂ ਸ਼ਬਦ ਹੈ ਗੁਰੂ ਇੱਕੋ ਹੀ ਹੈ ਜੇ 10 ਹੁੰਦੇ ਤੇ ਤੁਹਾਡੇ ਵਿੱਚੋਂ ਕਿਸੇ ਨੇ ਕਹਿਣਾ ਸੀ ਮੇਰਾ ਤੇ ਬਾਬਾ ਨਾਨਕ ਗੁਰੂ ਹੈ ਕਿਸੇ ਨੇ ਕਹਿਣਾ ਸੀ ਮੈਂ ਗੁਰੂ ਅਰਜਨ ਸਾਹਿਬ ਦਾ ਸਿੱਖ ਨਹੀਂ ਬਾਣੀ ਨੇ ਮੋਹਰ ਲਾ ਦਿੱਤੀ ਜੋਤ ਉਹ ਜੁਗਤ ਸਾਇ ਸੇ ਕਾਇਆ ਫਿਰ ਕਾਇਆ ਕਹਿੰਦੇ ਨੇ ਜਾਮੇ ਜਾਮਾ ਬਦਲਿਆ ਜੋਤ ਤੇ ਉਹੀ ਹੈ ਭਾਵੇਂ ਉਹ 74 ਸਾਲ ਦਾ ਬਾਬਾ ਗੁਰਿਆਈ ਗੱਦੀ ਤੇ ਬਹਿ ਗਿਆ ਨਿਮਾਣਿਆਂ ਦਾ ਮਾਣ ਗੁਰੂ ਹੋ ਕੇ ਨਿਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਗੁਰੂ ਜਿਹਨੂੰ ਕਹਿੰਦੇ ਸੀ ਇਹ ਕੁੜਮਾ ਦੇ ਬੂਹੇ ਤੇ ਆ ਕੇ ਪਾਣੀ ਢੋਦਾ ਅੰਬਰੂ ਨਥਾਵਾਂ ਵਾਹਿਗੁਰੂ ਬੜਾ ਕੁਝ ਕਿਹਾ ਲੋਕਾਂ ਨੇ ਪਰ ਉਸ ਗੁਰੂ ਦੀ ਮਹਿਮਾ ਜਦੋਂ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਕੀਆ ਜਦੋਂ ਜੋਤ ਪ੍ਰਵੇਸ਼ ਕਰ ਗਈ ਕਾਇਆ ਵਿੱਚ ਉਹ ਕਲਾ ਪ੍ਰਮਾਤਮਾ ਦੀ ਵਰਤਣੀ ਸ਼ੁਰੂ ਹੋ ਗਈ ਜਿਸ ਬਾਬੇ ਨੂੰ ਬਹੁਤ ਕੁਝ ਲੋਕਾਂ ਨੇ ਕਿਹਾ ਸੀ ਉਹ ਬਾਬਾ ਜਦੋਂ ਤਖਤ ਤੇ ਬੈਠਾ ਗੁਰੂ ਹੋ ਕੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ
ਭਾਈ ਜੇਠਾ ਜੀ 7 ਸਾਲ ਦੇ ਯਤੀਮ ਹੋ ਗਏ। ਚਾਚਿਆਂ ਤਾਇਆਂ ਦਰਵਾਜ਼ੇ ਬੰਦ ਕਰ ਲੈ, ਕਹਿੰਦੇ ਸਾਡੇ ਕੋਲੋਂ ਤੇ ਆਪਣੇ ਬੱਚੇ ਮਸਾਂ ਪਲਦੇ ਹੈ, ਯਤੀਮ ਦਾ ਬੋਝ ਕਿਹੜਾ ਸਿਰ ਤੇ ਚੁੱਕੇ। ਇਦਾਂ ਹੀ ਹੈ ਨਾ ਭਾਈ ਸਾਹਿਬ। ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ। ਜਿਹਦੇ ਵੱਲ ਵੇਖ ਕੇ, ਯਤੀਮ ਬੱਚੇ ਵੱਲ ਵੇਖ ਕੇ ਚਾਚਿਆਂ ਤਾਇਆਂ ਵੀ ਦਰਵਾਜ਼ੇ ਬੰਦ ਕਰ ਦਿੱਤੇ। ਕੀ ਜਾਣਦੇ ਸੀ ਆਉਣ ਵਾਲਾ ਸਮਾਂ ਉਹਨੇ ਐਸੀ ਕਲਾ ਵਰਤਾਉਣੀ, ਉਹਦੇ ਘਰ ਦੇ ਦਰਵਾਜ਼ੇ 4 ਹੋਣਗੇ, ਚਾਰੇ ਦਿਸ਼ਾਵਾਂ ਤੋਂ ਕਿਸੇ ਮਜ਼ਹਬ ਦਾ ਬੰਦਾ ਆਵੇ ਖੁੱਲੇ ਰਹਿਣਗੇ। ਫਿਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਪੂਰੀ ਕਰਾਮਾਤ ਕਿਹੜੀ ਬਈ? ਪੂਰੀ ਕਰਾਮਾਤ ਹੈ ਪੀਰੀ ਤੇ ਮੀਰੀ ਦਾ ਜੁੜਨਾ, ਭਗਤੀ ਤੇ ਸ਼ਕਤੀ ਦਾ ਸੁਮੇਲ। ਮੈਂ ਇਤਿਹਾਸ ਦੇ ਪੱਖ ਤੋਂ ਵੇਖ ਰਿਹਾ, ਸਿਧਾਂਤਕ ਪੱਖ ਹੈ, ਰੂਹਾਨੀਅਤ ਦੀ ਭਾਵੇਂ ਹੋਰ ਵੀ ਗਹਿਰੀ ਗੱਲ ਹੋਵੇ, ਪਰ ਮੈਂ ਇੱਕ ਢਾਡੀ ਹਾਂ, 6ਵੇਂ ਪਾਤਸ਼ਾਹ ਦੇ ਦਰ ਤੋਂ ਵਰਸਾਇਆ ਹੋਇਆ। ਮੈਂ ਸਿਧਾਂਤਕ ਪੱਖ ਦੀ ਗੱਲ ਕਰਦਾ। ਹਰਮੰਦਰ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਦਿੱਤਾ ਹੈ। ਦੁਨੀਆ ਤੇ ਮੰਦਰ ਬਹੁਤ, ਜਿਸ ਦੇਵਤੇ ਦੇ ਨਾਮ ਤੇ ਮੰਦਰ ਹੈ ਉਹਦੀ ਅੰਦਰ ਮੂਰਤੀ ਵੀ ਹੈ। ਜਿਹੜਾ ਬੰਦਾ ਜਿਹੜੇ ਧਰਮ ਨਾਲ ਜੁੜਿਆ, ਆਪਣੇ ਧਰਮ ਦੀ ਖੈਰ ਚਾਹੁੰਦਾ ਤੇ ਚਾਹੀਦਾ, ਗੱਲ ਤੇ ਇੰਨੀ ਕੀ ਹੈ, ਜਿਹੜਾ ਬੰਦਾ ਜਿਹੜੇ ਧਰਮ ਨਾਲ ਜੁੜਿਆ ਉਹ ਆਪਣੇ ਧਰਮ ਦੀ ਖੈਰ ਚਾਹੁੰਦਾ ਤੇ ਚਾਹੀਦਾ ਵੀ, ਪਰਪੱਕ ਹੋਣਾ ਆਪਣੇ ਧਰਮ ਚ, ਧਰਮ ਤੇ ਸੱਚ। ਤੇ ਅਸੀਂ ਹਰਮੰਦਰ ਸਾਹਿਬ ਜਦੋਂ ਜਾਂਦੇ ਆ, ਇੱਕ ਖਿਆਲ ਕਰਿਓ ਤੁਸੀਂ, ਕਦੇ ਕਿੰਨੇ ਤੋਂ ਕਿੰਨਾ ਵੀ ਕੋਈ ਨਾਸਤਕ ਕਿਉਂ ਨਾ ਹੋਵੇ ਜਿਹੜਾ ਰੱਬ ਦੀ ਹੋਂਦ ਤੋਂ ਇਨਕਾਰੀ ਹੋਵੇ, ਵੀ ਮੈਂ ਰੱਬ ਨੂੰ ਨਹੀਂ ਮੰਨਦਾ। ਐਸੇ ਹੈਗੇ ਨੇ ਬਹੁਤ ਖਿਆਲਾਂ ਵਾਲੇ ਲੋਕ ਜਿਹੜੇ ਕਹਿੰਦੇ ਰੱਬ ਕੋਈ ਨਹੀਂ, ਕੁਦਰਤੀ ਕਾਦਰ ਹੈ, ਕਹਿੰਦੇ ਕੁਦਰਤੀ ਪਰਮਾਤਮਾ ਹੈ। ਇਹ ਪ੍ਰਚਾਰ ਹੋ ਰਿਹਾ ਨਾ, ਵੇਖ ਸਕਦੇ ਆ, ਪਰ ਉਹ ਸਮਦ੍ਰਿਸ਼ਟੀ ਕਿਵੇਂ ਬਣੇ? ਉਹ ਨਹੀਂ ਬਣ ਸਕਦੀ। ਇਹ ਸਮਦ੍ਰਿਸ਼ਟੀ, ਸਮ ਦਾ ਮਤਲਬ ਹੈ ਬਰਾਬਰ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ। ਜਿਹਦੀ ਸਮ ਦ੍ਰਿਸ਼ਟੀ ਬਣ ਗਈ ਉਹ ਤੇ ਸੰਤ ਹੋ ਗਿਆ, ਉਹ ਤੇ ਪਰਮੇਸ਼ਰ ਰੂਪ ਹੋ ਗਿਆ, ਕਿਉਂਕਿ ਪਰਮੇਸ਼ਰ ਸਮ ਦ੍ਰਿਸ਼ਟੀ ਦਾ ਮਾਲਕ ਹੈ, ਸਾਰਿਆਂ ਵੱਲ ਇੱਕ ਨਜ਼ਰ ਨਾਲ ਵੇਖਦਾ ਹੈ। ਇਹ ਸਾਡੀ ਸੋਚ ਹੈ ਕਿ ਅਸੀਂ ਕਦੇ ਇਸ ਗੱਲ ਨੂੰ ਵਿਚਾਰਿਆ ਨਹੀਂ। ਦੁਨੀਆ ਤੇ ਮੰਦਰ ਬਹੁਤ ਨੇ, ਜਿਸ ਦੇਵਤੇ ਦੇ ਨਾਂ ਦੇ ਅੰਦਰ ਮੰਦਰ ਬਣਿਆ ਹੋਇਆ ਉਹਦੀ ਮੂਰਤੀ ਵੀ ਹੈ। ਉਹ ਮੂਰਤੀ ਕਿਸੇ ਇਨਸਾਨ ਦੀ ਘੜ ਕੇ ਰੱਖੀ ਗਈ ਹੋਵੇ, ਭਾਵੇਂ ਕਿਸੇ ਪੱਥਰ ਦੀ ਜਾਂ ਕਿਸੇ ਹੋਰ ਪਦਾਰਥਾਂ ਦੀ ਬਣਾਈ ਹੋਵੇ। 33 ਕਰੋੜ ਦੇਵੀ ਦੇਵਤਿਆਂ ਦੀ ਪੂਜਾ ਹੁੰਦੀ ਹੈ। ਚਲੋ ਬੰਦਾ ਜਿਹੜੇ ਧਰਮ ਦੀ ਗੱਲ ਕਰਦਾ ਹੈ, ਆਪਣੇ ਧਰਮ ਦੇ ਵਿੱਚ ਪਰਪੱਕ ਹੋਣਾ ਚਾਹੀਦਾ ਹੈ। ਦੁਨੀਆ ਤੇ ਇੱਕੋ ਹੀ ਹੈ ਮੰਦਰ ਜਿਹੜਾ ਪਰਮਾਤਮਾ ਦੇ ਨਾਮ ਤੇ ਹੈ, ਜਿਹੜਾ ਹਰ ਦੇ ਨਾਮ ਤੇ ਹੈ, ਉਹਦਾ ਬਦਲ ਕੋਈ ਨਹੀਂ, ਦੂਜਾ ਨਹੀਂ ਹੋ ਸਕਦਾ ਕੋਈ ਵੀ, ਇੱਕੋ ਹੀ ਹੈ। ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ। ਹਰਮੰਦਰ ਸਾਹਿਬ ਵਿੱਚ ਵੀ ਇੱਕ ਮੂਰਤ ਹੈ, ਕਿਹੜੀ? ਗੁਰ ਮੂਰਤ, ਗੁਰ ਸ਼ਬਦ, ਸ਼ਬਦ ਦਾ ਪ੍ਰਕਾਸ਼ ਹੋਇਆ। ਕਦੇ ਅਸੀਂ ਅਰਦਾਸ ਨਹੀਂ ਕੀਤੀ, ਕਦੇ ਇਹ ਨਹੀਂ ਮੰਗਿਆ ਵੀ ਸਾਡੇ ਹਿਰਦੇ ਵਿੱਚ ਵੀ ਬਾਣੀ ਦਾ ਪ੍ਰਕਾਸ਼ ਹੋ ਜਾਏ। ਦੁਨਿਆਵੀ ਲੋੜਾਂ ਦੀ ਪੂਰਤੀ ਵਾਸਤੇ ਬੜਾ ਕੁਝ ਮੰਗਦੇ, ਮੰਗਣਾ ਇੱਥੋਂ ਹੀ ਮੰਗਣਾ, ਹੋਰ ਦੂਜਾ ਦਰ ਹੀ ਨਹੀਂ ਸਾਡੇ ਵਾਸਤੇ ਕੋਈ। ਚਲੋ ਖੈਰ, ਪਰ ਜੇ ਕਿਤੇ ਅਸੀਂ ਉਹ ਦਾਤ ਮੰਗ ਲਈਏ ਜਿਹੜੀ ਦਾਤ ਨੂੰ ਰੱਬ ਕੋਲੋਂ ਮਹਾਂਪੁਰਖਾਂ ਨੇ ਪਾਇਆ, ਤੇ ਅੱਜ ਉਹਨਾਂ ਦੀ ਵਡਿਆਈ ਹੋ ਰਹੀ ਹੈ ਨਾ, ਅੱਜ ਉਹਨਾਂ ਦੀ ਮਹਿਮਾ ਨਜ਼ਰ ਸਾਧੂਆਂ ਦੀ ਤਾਰਦੀ ਡੁੱਬਿਆਂ ਨੂੰ ਬਦਲ ਦਿੰਦੀ ਹੈ। ਜੀਵਨ ਮਹਾਣਿਆਂ ਨੂੰ ਕਿਤੇ ਰਾਜ ਬਠਾਲ ਦੇ ਕੰਗਲੇ ਨੂੰ ਦਰ ਦਰ ਭੀਖ ਮੰਗਾ ਦੇ ਰਾਣਿਆਂ ਨੇ, ਬਦਲ ਦੇਣ ਤਕਦੀਰ ਦੇ ਹਰ ਉੱਠੇ, ਬਖਸ਼ ਦੇਣ ਮਾਣ ਨਮਾਣਿਆਂ ਨੂੰ। ਹਰ ਸਾਧੂ ਤੇ ਰੱਬ ਵਿੱਚ ਭੇਦ ਕੋਈ ਨਹੀਂ, ਦੁਨੀਆ ਐਵੇਂ ਨਹੀਂ ਪੂਜਦੀ ਬਾਣੇ। ਬੰਦਗੀ ਦਾ ਪਾਇਆ ਹੋਵੇ, ਸਿਮਰਨ ਦਾ ਪਾਇਆ ਹੋਵੇ, ਸਰੀਰ ਦਾ ਚੋਲਾ ਛੱਡ ਜਾਣ ਤੋਂ ਬਾਅਦ ਵੀ ਉਸ ਧਰਤੀ ਨੂੰ ਲੋਕ ਲੱਭ ਲੈਂਦੇ ਨੇ, ਕਿਉਂਕਿ ਉਸ ਧਰਤੀ ਤੋਂ ਸਿਮਰਨ ਦੀ ਮਹਿਕ ਹੈ। ਕਿਸੇ ਜੰਗਲ ਵਿੱਚ ਬੈਠਾ ਕੋਈ ਸਾਧੂ ਰੱਬ ਦਾ ਪਿਆਰਾ ਨਾਮ ਉਹਦਾ ਜਪਦਾ ਸਰੀਰ ਦਾ ਚੋਲਾ ਛੱਡ ਜਾਏ ਤੇ ਉਹ ਪ੍ਰਗਟ ਨਾ ਹੋਣਾ ਚਾਹੁੰਦਾ ਹੋਵੇ, ਪਰ ਲੋਕ ਪ੍ਰਗਟ ਕਰ ਲੈਂਦੇ, ਕਿਉਂਕਿ ਉੱਥੋਂ ਬੰਦਗੀ ਦੀ, ਸਿਮਰਨ ਦੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਉਸ ਮਹਿਕ ਵੱਲ ਫਿਰ ਅਸੀਂ ਜਾਣੇ ਹਾਂ, ਉਹ ਸੁਗੰਧੀ ਲੈਂਦੇ ਫਿਰ ਥਾਂ ਜਿੱਥੇ ਬੈਸਨ ਸਾਧ ਜਨ ਸੁਥਾਨ ਸੁਣਦਾ, ਉਹ ਧਰਤੀ ਪੂਜਣ ਯੋਗ ਹੋ ਜਾਂਦੀ। ਇੱਥੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਵਰਗੇ ਜਿਨ੍ਹਾਂ ਨੇ ਮਹਾਨ ਸੇਵਾਵਾਂ ਨਿਭਾਈਆਂ, ਉਹਨਾਂ ਦਾ ਜ਼ਿਕਰ ਹੋ ਰਿਹਾ, ਕਿਉਂਕਿ ਬ੍ਰਹਮ ਗਿਆਨੀ ਦੀ ਯਾਦ ਵਿੱਚ ਸਮਾਗਮ ਤੇ ਗੱਲ ਵੀ ਬ੍ਰਹਮ ਗਿਆਨੀ ਦੀ ਕਰ ਰਿਹਾ ਬਾਬਾ ਬੁੱਢਾ ਸਾਹਿਬ ਜੀ ਦੀ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੀ ਮੈਂ ਤੇਰੇ ਤੋਂ ਓਲੇ ਕਦੇ ਨਹੀਂ। ਮੈਂ ਜਦੋਂ ਇਤਿਹਾਸ ਨੂੰ ਪੜ੍ਹਦਾ ਹੈ ਨਾ, ਇਹਨੇ ਸ਼ਬਦਾਂ ਦਾ ਇਤਿਹਾਸ ਬਾਬੇ ਬਕਾਲੇ ਤੱਕ ਤੁਰਿਆ ਹੋਇਆ।
ਬਈ ਬਾਬੇ ਨਾਨਕ ਨੇ ਕਿਹਾ ਸੀ ਵੀ ਮੈਂ ਤੇਰੇ ਤੋਂ ਓਲੇ ਕਦੇ ਨਹੀਂ, ਗੁਰੂ ਜੋਤ ਉਹਨਾਂ ਤੋਂ ਓਲੇ ਨਹੀਂ ਕਦੇ ਹੋਈ ਬਾਬਾ ਬੁੱਢਾ ਸਾਹਿਬ ਤੋਂ। ਔਰ ਇਹ ਇਤਿਹਾਸ ਇਹਨਾਂ ਪੰਕਤੀਆਂ ਦਾ ਬੜਾ ਵੱਡਾ ਬਣ ਗਿਆ ਤਾਂ ਇੱਥੋਂ ਓਲੇ ਕਦੇ ਨਾ ਹੋ ਸਕਦਾ। ਇਤਿਹਾਸ ਫਿਰ ਬਾਬਾ ਬਕਾਲਾ ਸਾਹਿਬ ਤੱਕ ਆ ਕੇ ਚੱਲਿਆ। ਇਹ ਇਤਿਹਾਸ ਦਾ ਸੱਚ ਸਾਡੇ ਸਾਹਮਣੇ ਹੈ। ਮੈਂ ਜ਼ਿਕਰ ਕਰ ਰਿਹਾ ਸੀ ਹਰਮੰਦਰ ਸਾਹਿਬ 20 ਸ਼ਬਦ ਦਾ ਪ੍ਰਕਾਸ਼ ਹੋਇਆ, ਪ੍ਰਮਾਤਮਾ ਦਾ ਪ੍ਰਕਾਸ਼ ਹੋਇਆ। ਜਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਬੱਧੋ ਪੁਰਖ ਦਾ ਵਧਾਤੇ ਤਾਂ ਤੂੰ ਸੋਇਆ। ਅਸੀਂ ਕੀ ਕਰਦੇ ਹਾਂ? ਅਸੀਂ ਕੇਵਲ ਹਰਮੰਦਰ ਸਾਹਿਬ ਮੱਥਾ ਟੇਕਦੇ। ਮੈਂ ਬਹੁਤ ਸਾਰੇ ਵੇਖੇ ਨੇ ਸਿੱਖ ਨੇਮ ਹੈ ਉਹਨਾਂ ਦਾ ਰੋਜ਼ ਦਾ, ਉਹ ਜਾਂਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ। ਜਾਣਾ ਚਾਹੀਦਾ, ਆਸਥਾ ਹੈ, ਸਿੱਖੀ ਦਾ ਕੇਂਦਰ ਔਰ ਵੱਡੀ ਬਖਸ਼ਿਸ਼ ਵਰਤ ਰਹੀ ਹੈ ਉੱਥੇ ਅਕਾਲ ਪੁਰਖ ਦੀ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜਦੋਂ ਜਾਂਦੇ ਆ ਦਰਸ਼ਨੀ ਡਿਓੜੀ ਤੋਂ 84 ਕਦਮ ਬਣਦੇ ਨੇ। ਕਹਿੰਦੇ ਕਿਤੇ ਭਾਵਨਾ ਨਾਲ ਸਿੱਖਾ ਜਾ, ਗਿਣਤੀਆਂ ਮਿਣਤੀਆਂ ਚ ਨਾ ਪੈ ਜੀ, 84 ਕੱਟੀ ਜਾਏਗੀ। ਭਾਵਨਾ ਚ ਭਰਮ ਨਹੀਂ, ਧਰਮ ਹੋਣਾ ਚਾਹੀਦਾ ਹੈ। ਸ਼ਰਧਾ ਤੇ ਹੁੰਦੀ ਹੈ ਪਰ ਸ਼ਰਧਾ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ। ਅਰਦਾਸ ਕਰਦਿਆਂ ਵੀ ਅਰਦਾਸ ਕਰਦਿਆਂ ਸ਼ਰਧਾ ਤੇ ਹੁੰਦੀ ਹੈ ਸਾਡੀ, ਬਈ ਅਰਦਾਸ ਕਰ ਰਹੇ ਹਾਂ ਗੁਰੂ ਕਿਰਪਾ ਕਰੇ, ਪਰ ਕਦੇ ਮਨ ਦੇ ਉਹ ਬਾਰੀਕ ਫੁਰਨੇ ਵੱਲ ਨਹੀਂ ਤੁਸੀਂ ਧਿਆਨ ਦਿੱਤਾ ਹੋਵੇਗਾ ਵੀ ਅਰਦਾਸ ਕਰਦਿਆਂ ਮਨ ਦਾ ਫੁਰਨਾ ਬਣ ਗਿਆ ਸੀ, ਨਾਲੇ ਸ਼ੰਕਾ ਵੀ ਪੈਦਾ ਹੋ ਗਿਆ ਵੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਬਸ ਇੱਥੇ ਆ ਕੇ ਕਹਾਣੀ ਹੋਰ ਪਾਸੇ ਚਲੇ ਜਾਂਦੀ ਹੈ। ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਨ ਕੌਣ? ਇੱਕ ਅਵਸਥਾ ਹੈ, ਜਦੋਂ ਬਣ ਜਾਂਦੀ ਹੈ ਤੇ ਫਿਰ ਅਰਦਾਸ ਪ੍ਰਵਾਨ ਹੋ ਜਾਂਦੀ ਹੈ। ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਕਰਦਿਆਂ ਸਾਡੇ ਮਨ ਦੇ ਫੁਰਨੇ ਐਸੇ ਬਣ ਜਾਂਦੇ ਨੇ ਬਈ ਸ਼ੰਕਾ ਪੈਦਾ ਹੋ ਗਿਆ। ਮੈਂ ਕਹਿੰਦਾ ਸ਼ਰਧਾ ਹੋਵੇ ਤੇ ਸ਼ਰਧਾ ਤੇ ਸਮਰਪਿਤ ਦਾ ਦੂਜਾ ਨਾਂ ਹੈ। ਜਿਹਦੇ ਉੱਤੇ ਸ਼ਰਧਾ ਰੱਖੀਏ ਉਹਨੂੰ ਸਮਰਪਿਤ ਹੋ ਜਾਈਏ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਰਮੰਦਰ ਸਾਹਿਬ ਮੱਥਾ ਟੇਕਿਆ, ਪਰਿਕਰਮਾ ਕੀਤੀ। ਇੱਕ ਬਾਹਰੀ ਪਰਿਕਰਮਾ ਹੈ, ਇੱਕ ਅੰਦਰਲੀ ਪਰਿਕਰਮਾ ਹੈ। ਮੈਂ ਕਈਆਂ ਨੂੰ ਪੁੱਛਿਆ ਭਾਈ ਸਾਹਿਬ ਮੈਂਗਰ ਸਾਹਿਬ ਵੀ ਪਰਿਕਰਮਾ ਦੇ ਕੀ ਅਰਥ ਨੇ? ਬਹੁਤ ਥਾਵਾਂ ਤੇ ਐਸਾ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੋ ਕੇ ਭੇਟਾ ਰੱਖ ਕੇ ਫਿਰ ਪਰਿਕਰਮਾ ਕੀਤੀ ਜਾਂਦੀ ਹੈ। ਕਈ ਵਾਰੀ ਦੇਖਾ ਦੇਖੀ ਹੁੰਦਾ ਹੈ ਵੀ ਚਲੋ ਇਹ ਮਰਜ਼ਾਦਾ ਬਣੀ ਹੋਈ ਹੈ ਤੇ ਆਪਾਂ ਵੀ ਪਰਿਕਰਮਾ ਕਰ ਲਈਏ। ਕੋਈ ਸਵਾਲ ਸਾਨੂੰ ਕਰੇ ਵੀ ਪਰਿਕਰਮਾ ਦਾ ਕੀ ਅਰਥ ਹੈ? ਜਿਵੇਂ ਮੁਸਲਮਾਨ ਨਮਾਜ਼ਾਂ ਪੜ੍ਹਦੇ, ਉਹਨਾਂ ਨੂੰ ਪੁੱਛ ਲਿਆ ਜਾਏ ਨਮਾਜ਼ੇ ਸੁਬਹ, ਨਮਾਜ਼ੇ ਪਸ਼ੀਨ, ਨਮਾਜ਼ੇ ਦੀਗਰ, ਨਮਾਜ਼ੇ ਸ਼ਾਮ, ਨਮਾਜ਼ੇ ਖੁਫਤਨ, ਇਹ ਨਮਾਜ਼ੇ ਵਕਤ ਹੈ। ਕਿਉਂ ਪੜ੍ਹਦੇ ਹੋ? ਕੀ ਕਾਰਨ ਹੈ? ਕੀ ਇਹ ਜ਼ਰੂਰੀ ਹੈ? ਤੇ ਜੇ ਉਹ ਦੱਸ ਹੀ ਨਹੀਂ ਸਕਦਾ ਤੇ ਉਹ ਇਸਲਾਮ ਦੇ ਵਿੱਚ ਪ੍ਰਵਾਨ ਹੀ ਨਹੀਂ, ਉਹ ਮੁਸਲਮਾਨ ਕਾਹਦਾ? ਤੇ ਜੇ ਸਾਨੂੰ ਕੋਈ ਪੁੱਛੇ ਹਰਮੰਦਰ ਸਾਹਿਬ ਦੀ ਪਰਿਕਰਮਾ ਕਰਕੇ ਆਇਓ, ਪਰਿਕਰਮਾ ਦੇ ਕੀ ਅਰਥ ਨੇ? ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕੀਤੀ ਹੈ, ਕੀ ਮਤਲਬ ਹੈ ਪਰਿਕਰਮਾ ਦਾ? ਜਿੰਨਾ ਕਿ ਮੈਂ ਸਮਝਦਾ ਹਾਂ ਦਾਵਾ ਨਹੀਂ। ਪਰਿਕਰਮਾ ਦਾ ਅਰਥ ਹੈ ਪ੍ਰਾਣ ਲੈਣਾ। ਜਿਹਦੀ ਪਰਿਕਰਮਾ ਕੀਤੀ ਉਹਦੇ ਵਾਸਤੇ ਪ੍ਰਾਣ ਲੈ ਲਿਆ ਸੀ ਬਈ ਤੇਰੇ ਤੋਂ ਬਿਨਾ ਹੁਣ ਦੂਜਾ ਹੋਰ ਕੋਈ ਨਹੀਂ ਸਾਡਾ। ਜੇ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕੀਤੀ ਹੈ ਤੇ ਇਹ ਮੰਨ ਲਿਆ ਬਈ ਜੋ ਗੁਰੂ ਦਾ ਹੁਕਮ ਹੈ, ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਬਈ ਤੇਰੇ ਤੋਂ ਬਿਨਾ ਹੋਰ ਕਿਤੇ ਸੀਸ ਨਹੀਂ ਝੁਕਾਉਣਾ ਸੀ। ਹਰਮੰਦਰ ਸਾਹਿਬ ਦੀ ਪਰਿਕਰਮਾ ਜਿਹਨੇ ਕਰ ਲਈ, ਫਿਰ ਕਿਸੇ ਹੋਰ ਮੰਦਰ ਜਾਣ ਦੀ ਕੀ ਲੋੜ ਹੈ? ਬਈ ਜਿਹਨੇ ਹਰਮੰਦਰ ਸਾਹਿਬ ਦੀ ਪਰਿਕਰਮਾ ਕਰ ਲਈ, ਪਰਮਾਤਮਾ ਦੇ ਮੰਦਰ ਦੀ, ਪਰਮਾਤਮਾ ਦੇ ਘਰ ਦੀ ਪਰਿਕਰਮਾ ਕਰਕੇ ਆਇਆ ਬੰਦਾ ਵੀ ਸ਼ੰਕਾ ਵਿੱਚ ਹੋਵੇ ਤੇ ਕਿਸੇ ਹੋਰ ਮੰਦਰ ਜਾ ਕੇ ਟੱਲ ਖੜਕਾਏ, ਮੇਰੇ ਖਿਆਲ ਦੇ ਅੰਦਰ ਉਹ ਧਰਮੀ ਨਹੀਂ ਹੋ ਸਕਦਾ। ਧਰਮ ਤੇ ਆਪਣੇ ਆਪ ਵਿੱਚ ਪ੍ਰਪੱਕ ਹੋਣਾ ਚਾਹੀਦਾ ਹੈ। ਅਸੀਂ ਪਰਿਕਰਮਾ ਕੀਤੀ, ਹਰ ਕੀ ਪੌੜੀ ਤੋਂ ਬਖਸ਼ਿਸ਼ ਲੈ ਕੇ ਪੂਰੀ ਪਰਿਕਰਮਾ ਕਰਕੇ ਫਿਰ ਉੱਥੇ ਆ ਗਏ ਜਿੱਥੋਂ ਅੰਦਰ ਗਏ ਸੀ। ਦਰਸ਼ਨੀ ਜੋ ਹੋਇਆ ਕੀ? ਅਸੀਂ ਭੁੱਲ ਗਏ ਮਰਜ਼ਾਦਾ। ਅਸੀਂ ਜਾਂ ਸੱਜੇ ਹੋ ਜਾਂਦੇ ਆ ਤੇ ਜਾਂ ਖੱਬੇ ਹੋ ਜਾਂਦੇ ਆ। ਬਹੁਤ ਘੱਟ ਸਿੱਖ ਹੈ ਜਿਹੜੇ ਸਾਹਮਣੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਅਕਾਲ ਤਖਤ ਸਾਹਿਬ ਦੇ ਰੂਪ ਵਿੱਚ ਵੇਖਦੇ ਹੋਣ, ਦਰਸ਼ਨ ਕਰਦੇ ਹੋਣ। ਬਈ ਗੁਰੂ ਹਰਗੋਬਿੰਦ ਪਾਤਸ਼ਾਹ ਕਲਾਵਾ ਲੈ ਕੇ ਖੜੇ ਆ। ਸਿੱਖਾ ਆ ਮੈਂ ਤੈਨੂੰ ਦੱਸਾਂ ਤੇਰਾ ਸਾਹਸ ਕਿੱਦਾਂ ਦਾ ਚਾਹੀਦਾ, ਤੇਰੀ ਸੂਰਮਤਾਈ, ਤੇਰਾ ਜਜ਼ਬਾ, ਤੇਰਾ ਦੀਨ, ਤੇਰਾ ਈਮਾਨ, ਤੇਰਾ ਕਿਰਦਾਰ, ਤੇਰਾ ਇਖਲਾਕ ਕਿੱਦਾਂ ਦਾ ਹੋਣਾ ਚਾਹੀਦਾ। ਆ ਤੈਨੂੰ ਦੱਸਾਂ ਅਣਖ ਤੇ ਗੈਰਤ ਕੀ ਹੁੰਦੀ ਹੈ। ਆ ਤੈਨੂੰ ਦੱਸਾਂ ਸ਼ਹਾਦਤਾਂ ਦਾ ਮੁੱਲ ਕੀ ਹੁੰਦਾ ਹੈ। ਆ ਤੈਨੂੰ ਦੱਸਾਂ ਸ਼ਹਾਦਤਾਂ ਦੇ ਵਿੱਚੋਂ ਫਿਰ ਕੀ ਕੁਝ ਮਿਲਦਾ ਹੈ। ਕਦੇ ਨਹੀਂ ਗਏ ਅਸੀਂ, ਬਹੁਤ ਘੱਟ ਹੋਣਗੇ ਜਿਹੜੇ ਅਕਾਲ ਤਖਤ ਸਾਹਿਬ ਜਾਂਦੇ ਨੇ, ਤੇ ਜਿਹੜੇ ਜਾਂਦੇ ਨੇ ਉਹਨਾਂ ਨੂੰ ਪਤਾ ਹੋਵੇਗਾ ਕਿ ਅੰਦਰ ਕੋਠਾ ਸਾਹਿਬ ਹੈ। ਹੁਣ ਬਹੁਤਿਆਂ ਨੂੰ ਇਹ ਨਹੀਂ ਪਤਾ ਹੋਣਾ ਵੀ ਪ੍ਰਕਾਸ਼ ਤੇ ਹਰਮੰਦਰ ਸਾਹਿਬ ਹੁੰਦਾ ਹੈ, ਸੁਖਾਸਨ ਕਿੱਥੇ ਹੁੰਦੇ ਨਾ। ਸਵੇਰ ਵੇਲੇ ਦੀ ਹਾਜ਼ਰੀ ਕਈਆਂ ਦੀ ਆਪਾਂ ਜਾਣਦੇ ਆ, ਸਮਾਂ ਨਹੀਂ ਹੁੰਦਾ ਸਵੇਰੇ ਅੰਮ੍ਰਿਤ ਵੇਲੇ ਜਿੱਥੋਂ ਮਹਾਰਾਜ ਦਾ ਸਰੂਪ ਆਉਂਦਾ ਹੈ। ਪੀਰੀ ਤੇ ਮੀਰੀ ਦਾ ਜੋੜ ਹੈ, ਗੱਲ ਭਗਤੀ ਤੇ ਸ਼ਕਤੀ ਦਾ ਸੁਮੇਲ, ਤਲਵਾਰ ਤੇ ਤਸਬੀਹ ਦਾ ਇੱਕ ਜਗ੍ਹਾ ਹੋ ਜਾਣਾ। ਇਹ ਹੈ ਗੁਰੂ ਰਾਮਦਾਸ ਜੀ ਦੇ ਘਰ ਦੀ ਪੂਰੀ ਕਰਾਮਾਤ। ਅੰਦਰ ਕੋਠਾ ਸਾਹਿਬ ਹੈ ਜਿੱਥੇ ਸੁਖਾਸਨ ਕੀਤਾ ਜਾਂਦਾ ਹੈ, ਥੱਲੇ ਚਾਦਰ ਵਿਛਦੀ ਹੈ। ਕੋਈ ਸਵਾਲ ਕਰੇ ਕਿਉਂ ਵਿਛਾਈ ਜਾਂਦੀ ਹੈ? ਇਤਿਹਾਸ ਤੇ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਦੋਂ ਹਰਮੰਦਰ ਸਾਹਿਬ 'ਚ ਪਹਿਲਾ ਪ੍ਰਕਾਸ਼ ਹੋਇਆ
ਗ੍ਰੰਥ ਦਾ ਤੇ ਉਸ ਵੇਲੇ ਇਹ ਮਰਜ਼ਾਦਾ ਬਣਾ ਦਿੱਤੀ ਸੀ ਬਈ ਸ਼ਬਦ ਦਾ ਸਤਿਕਾਰ ਕਰਨਾ ਹੈ। ਸੰਗਤਾਂ ਨੇ ਕਿਹਾ ਸੀ ਬਾਬਾ ਜੀ ਸਤਿਗੁਰੂ ਜੀ ਕਿਰਪਾ ਕਰੋ ਹੁਣ ਇਹ ਵੀ ਦੱਸ ਦਿਓ ਵੀ ਤੁਹਾਡਾ ਆਸਣ ਜੇ ਇੱਥੇ ਲੱਗ ਗਿਆ ਤੇ ਤੁਹਾਡਾ ਆਸਣ ਲੱਗਦਾ ਆਇਆ ਸੀ ਤੇ ਹੁਣ ਇੱਥੇ ਗ੍ਰੰਥ ਦਾ ਸੁਖਾਸਣ ਹੋ ਗਿਆ ਤੇ ਤੁਹਾਡਾ ਆਸਣ ਕਿੱਥੇ ਲਾਈਏ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਥੱਲੇ ਚਾਦਰ ਵਿਛਾ ਦਿਓ। ਉਹ ਚਾਦਰ ਅੱਜ ਵੀ ਸਾਨੂੰ ਦੱਸਦੀ ਹੈ ਕਿ ਸ਼ਬਦ ਦਾ ਬਾਣੀ ਦਾ ਸਤਿਕਾਰ ਕਿੰਨਾ ਹੋਣਾ ਚਾਹੀਦਾ। ਫਿਰ ਅਸੀਂ ਅਕਾਲ ਤਖਤ ਸਾਹਿਬ ਜਿੱਥੇ ਸ਼ਸਤਰ ਪਏ ਨੇ ਸ਼ਹਾਦਤ ਵਿੱਚੋਂ ਨਿਕਲੇ ਨੇ ਸ਼ਸਤਰ ਇਹ ਸ਼ਹਾਦਤ ਦਾ ਪ੍ਰਤੀਕਰਮ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕਿ ਕੌਮ ਦੇ ਅੰਦਰ ਡਰ ਨਹੀਂ ਪੈਦਾ ਹੋਇਆ ਜਿਵੇਂ ਕ੍ਰਿਸਚਨਾਂ 'ਚ ਪੈਦਾ ਹੋ ਗਿਆ ਸੀ ਈਸਾ ਦੇ ਸ਼ਹੀਦ ਹੋਣ ਤੋਂ ਬਾਅਦ, ਪਰ ਸਿੱਖ ਕੌਮ ਦੇ ਅੰਦਰ ਡਰ ਨਹੀਂ ਵੀਰ ਰਸ ਪੈਦਾ ਹੋ ਗਿਆ। ਇਸ ਵੀਰ ਰਸ ਨੂੰ ਨੱਥਾ ਤੇ ਅਬਦੁਲ ਢਾਡੀ ਨੇ ਬਣਾਈ ਰੱਖਿਆ ਹੋਇਆ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਲਾਜ਼ਮੀ ਕਰ ਦਿੱਤਾ ਵੀ ਜਿਹੜਾ ਸਿੱਖ ਹਰਮੰਦਰ ਸਾਹਿਬ ਆਏ ਪਹਿਲਾ ਹਰਮੰਦਰ ਪੀਰੀ ਪ੍ਰਪੱਕ ਕਰੇ। ਪੀਰੀ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਹੈ ਤੇ ਪੀਰੀ ਨੂੰ ਨਤਮਸਤਕ ਹੋ ਕੇ ਪੀਰੀ ਨੂੰ ਝੁੱਕ ਕੇ ਮੱਥਾ ਟੇਕ ਕੇ ਬਖਸ਼ਿਸ਼ ਲੈ ਕੇ ਫਿਰ ਦਰਸ਼ਨੀ ਡਿਓੜੀ ਤੇ ਆ ਕੇ ਭੁੱਲ ਨਾ ਜਾਏ ਸੱਜੇ ਜਾਂ ਖੱਬੇ ਵੀ ਸਾਹਮਣੇ ਆਉਣਾ ਹੈ। ਭਗਤੀ ਚੋਂ ਸ਼ਕਤੀ ਨਿਕਲੀ ਹੋਈ। ਦੋ ਕੇਸਰੀ ਨਿਸ਼ਾਨ ਝੁੱਲਦੇ ਨੇ ਬਾਹਰ। ਅਸੀਂ ਥੜੇ ਤੇ ਮੱਥਾ ਟੇਕਿਆ, ਅਸੀਂ ਉੱਪਰ ਨਹੀਂ ਵੇਖਿਆ। ਜੇ ਕਿਤੇ ਉੱਪਰ ਵੇਖੀਏ ਫਿਰ ਸਾਨੂੰ ਪਤਾ ਲੱਗੇ ਬਈ ਧਰਮ ਦੀ ਪਹਿਲ ਹੈ, ਧਰਮ ਪਹਿਲਾਂ ਹੈ, ਰਾਜਨੀਤੀ ਬਾਅਦ ਵਿੱਚ। ਪੀਰੀ ਨੂੰ ਉੱਚਾ ਰੱਖਣਾ, ਭਗਤੀ ਨੂੰ ਮੀਰੀ ਨੂੰ ਥੱਲੇ ਰੱਖਣਾ। ਇਹ ਦੋ ਨਿਸ਼ਾਨ ਸਾਹਿਬ ਸਾਨੂੰ ਸਿੱਖਿਆ ਦਿੰਦੇ ਆ। ਤੇ ਫਿਰ ਦੋ ਤੇਗਾਂ ਪਾਈਆਂ ਵੱਲ ਵੇਖ ਕੇ ਨੱਥਾ ਤੇ ਅਬਦੁਲ ਢਾਡੀ ਇੱਕ ਵਾਰ ਪੜ ਰਹੇ ਕਹਿੰਦੇ ਦੋ ਤਲਵਾਰੀ ਫੱਦੀਆਂ, ਇੱਕ ਮੀਰੀ ਦੀ ਇੱਕ ਪੀਰ ਦੀ, ਇੱਕ ਅਜਮਤ ਦੀ ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਕ ਵਖੀਰ ਦੀ, ਨਾਲ ਚੁਪਾਈ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਦੀ ਪੱਗ ਤੇਰੀ ਆ ਕੀ ਜਹਾਂਗੀਰ ਦੀ। ਤੱਕੀਆਂ ਤੋਂ ਖੜੇ
ਸਿੱਖ ਟਕਰਾਉਣੇ ਨਾਲ ਜ਼ਾਲਮਾ, ਸਿੱਖ ਟਕਰਾਉਣੇ ਨਾਲ ਜ਼ਾਲਮਾ, ਉਹ ਦੇ ਕੇ ਹੱਥ ਵਿੱਚ ਢਾਲ ਤਲਵਾਰ। ਸੰਗਤਾਂ ਨੇ ਸਾਗਰ ਤੇ ਢਾਡੀਆਂ, ਉਹ ਜਨ ਬੂਟੇ ਜੱਗੇ ਕੀਤੇ ਅਗਦਾਰ। ਯਾਦ ਰਬਾਜਕ ਰਹਿੰਦੀਆਂ ਹੋ ਮਰਦਾਂ ਤੇਰੀਆਂ, ਜੱਗ ਵਿੱਚ ਰਹਿੰਦੀਆਂ ਗੁਰੂ ਜੀ ਤੇਰੀਆਂ। ਹਾਂ ਜੀ ਹਾਂ ਬਾਰਾ ਦੁਨੀਆ ਦਾ ਹਰਗੋਬਿੰਦ ਜੀ ਹਿੰਦ ਦੀ ਜਿੰਦ ਬਣ ਕੇ ਦੁਖੀ ਜੀਵਾਂ ਦੇ ਦਰਦ ਵੰਡਾ ਦਿੱਤੇ। ਪੀਰੀ ਪੀਰੀ ਸਜਾ ਕੇ ਦੋ ਤੇਗਾ ਥਰ ਧਰ ਧਿਆਰੇ ਕਬਾਬ ਉੱਤੇ, ਥਾਂ ਪਾਣੀ ਦੇ ਪਿਤਾ ਦਾ ਖੂਨ ਪਾ ਕੇ ਸੁੱਕੇ ਧਰਮ ਦੇ ਫੁੱਲ ਖਿੜਾ ਦਿੱਤੇ। ਆਸਣ ਲਾ ਕੇ ਤਖਤ ਅਕਾਲ ਉੱਤੇ ਧੱਕੇ ਸ਼ਾਹੀ ਦੇ ਤਖਤ ਹਿਲਾ ਦਿੱਤੇ। ਸਾਨੂੰ ਦੱਸਿਆ ਹੈ ਜ਼ਬਰ ਨਾਲ ਕਿਵੇਂ ਲੜਨਾ ਹੈ, ਸੱਚ ਨਾਲ ਕਿਵੇਂ ਖੜਨਾ ਹੈ, ਧਰਮ ਲਈ ਕਿਵੇਂ ਮਰਨਾ ਹੈ। ਇਹ ਦੱਸਿਆ ਗੁਰੂ ਹਰਗੋਬਿੰਦ ਪਾਤਸ਼ਾਹ ਨੇ। ਤਾਈਓ ਤੇ ਦਿੱਲੀ ਬੈਠੇ ਅੱਜ ਜਾ ਕੇ ਗੱਲ ਕਰਾਂ ਤੁਹਾਡੇ ਵੱਲੋਂ ਜੇ ਇਸ਼ਾਰਾ ਹੋਵੇ। ਮੈਨੇਜਰ ਸਾਹਿਬ ਸਮਾਂ ਤੇ ਨਿਯਤ ਕੀਤਾ ਸਮਾਪਤ ਹੋ ਗਿਆ। 5 ਮਿੰਟ ਸਿਰਫ ਗੁਰਦੁਆਰੇ ਲੈਣੇ ਆ, ਉਹ ਵੀ ਕਿਸਾਨਾਂ ਲਈ, ਸਾਡੀਆਂ ਖੁਸ਼ੀਆਂ ਆਬਾਦ ਰੱਖਣ ਵਾਸਤੇ। ਅੱਜ ਸਾਰਾ ਪੰਜਾਬ ਦਿੱਲੀ ਗਿਆ ਹੋਇਆ ਹੈ। ਕਿੰਨੇ ਦਿਨ ਹੋ ਗਏ? 50 ਦਿਨ ਹੋ ਗਏ। ਕੁਝ ਮਹੀਨੇ ਪਹਿਲਾਂ ਇੱਥੇ ਚੱਲਦਾ ਰਿਹਾ ਅੰਦੋਲਨ ਤੇ ਫਿਰ ਦਿੱਲੀ ਜਾ ਕੇ। ਅਸਲ ਵਿੱਚ ਅਸੀਂ ਕਦੇ ਸੋਚਿਆ ਨਹੀਂ, ਇਹ ਖਿਆਲ ਨਹੀਂ ਕੀਤਾ ਵੀ ਸਾਨੂੰ ਜ਼ਮੀਨਾਂ ਦੇ ਮਾਲਕ ਤੇ ਬਾਬਾ ਬੰਦਾ ਸਿੰਘ ਬਹਾਦਰ ਬਣਾ ਕੇ ਕਲਗੀਧਰ ਪਾਤਸ਼ਾਹ ਨੇ ਜਿਹਨੂੰ ਥਾਪੜਾ ਦੇ ਕੇ ਤੋੜਿਆ। ਜਿਹੜੇ ਕਾਨੂੰਨ ਬਾਬਾ ਬੰਦਾ ਸਿੰਘ ਬਹਾਦਰ ਦੇ ਬਣਾਏ ਆ, ਜਿਹੜੇ ਸਿੱਖ ਕੌਮ ਚ ਲਾਗੂ ਹੋਏ ਵੀ ਜਿੰਨੀ ਕੋਈ ਵਾਹੁੰਦਾ ਹੈ, ਕੱਲਾ ਸਿੱਖ ਕੌਮ ਦੀ ਗੱਲ ਨਹੀਂ, ਸਾਰੇ ਕਿਸਾਨਾਂ ਦੀ ਗੱਲ ਕੀਤੀ। ਆਪਾਂ ਨੂੰ ਸਾਰਿਆਂ ਨੂੰ ਪਤਾ ਜਿੱਥੋਂ ਤੱਕ ਖਾਲਸਾ ਰਾਜ ਬਣਿਆ ਸੀ, ਭਾਵੇਂ ਥੋੜੇ ਸਮੇਂ ਦਾ ਸੀ ਬੰਦਾ ਸਿੰਘ ਬਹਾਦਰ ਵੇਲੇ, ਜਮਨਾ ਤੋਂ ਲੈ ਕੇ ਸਤਲੁਜ ਤੱਕ ਖਾਲਸਾ ਰਾਜ ਦੇ ਕੇਸਰੀ ਨਿਸ਼ਾਨ ਝੁੱਲੇ। ਕਾਨੂੰਨ ਪਹਿਲਾ ਬਣ ਗਿਆ, ਜਿੰਨੀ ਕੋਈ ਵਾਹੁੰਦਾ ਉਨੀ ਉਹਦੇ ਨਾਂ ਕਰ ਦਿਓ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਜ਼ਗੀਰਦਾਰੀ ਢਾਂਚਾ, ਅੱਜ ਕਾਰਪੋਰੇਟ ਘਰਾਣੇ ਕਹਿ ਲਈਏ ਇੱਕੋ ਗੱਲ ਹੈ, ਉਦੋਂ ਜ਼ਗੀਰਦਾਰੀ ਢਾਂਚੇ ਸੀ ਮੁਗਲਾਂ ਵੱਲੋਂ ਖੜੇ ਕੀਤੇ ਗਏ। ਵੱਡੇ ਵੱਡੇ ਜ਼ਗੀਰਦਾਰ ਜਿਹੜੇ ਝੋਲੀ ਚੁੱਕ ਸੀ ਸਰਕਾਰ ਦੇ, ਜਿਵੇਂ ਅੱਜ ਅਬਾਨੀ ਤੇ ਅਡਾਨੀ, ਹੁਣ ਉਲਟਾ ਹੋਇਆ ਪਿਆ। ਜੇ ਉਦੋਂ ਵੀ ਵੇਖਿਆ ਜਾਏ ਤੇ ਉਦੋਂ ਵੀ ਜ਼ਗੀਰਦਾਰ ਚਲਾਉਂਦੇ ਸੀ ਸਰਕਾਰਾਂ, ਕਿਉਂਕਿ ਇਹੀ ਇਲਾਕੇ ਦਾ ਮਾਮਲਾ ਇਕੱਠਾ ਕਰਕੇ ਦਿੰਦੇ ਹੁੰਦੇ ਸੀ ਨਾ ਸਰਕਾਰ ਨੂੰ। ਕਰ ਜਿਹਨੂੰ ਕਹਿੰਦੇ ਆ, ਟੈਕਸ ਜਿਹਨੂੰ ਕਹਿੰਦੇ ਆ, ਤੇ ਹੁਣ ਵੀ ਟੈਕਸ ਨਾਲ ਸਰਕਾਰ ਚੱਲਦੀ ਹੈ ਕਹਿੰਦੇ। ਤੇ ਵੱਡੇ ਘਰਾਣੇ ਜਿਹੜੇ ਨੇ ਵੱਡੇ ਟੈਕਸ ਦਿੰਦੇ ਨੇ, ਤੇ ਉਹਨਾਂ ਨੇ ਤੇ ਲਿਖ ਕੇ ਦਿੱਤਾ ਹੋਇਆ ਮੋਦੀ ਨੂੰ, ਸ਼ਾਹ ਨੂੰ, ਭਾਜਪਾ ਨੂੰ, ਬਈ ਤੁਸੀਂ ਤੇ ਇੰਨੇ ਸਾਲ ਤੱਕ ਰਾਜ ਕਰ ਸਕਦੇ ਹੋ, ਸਾਡੇ ਸਾਰੇ ਇਸ਼ਾਰੇ ਤੇ ਚੱਲੋਗੇ ਤੇ ਕਰਨ। ਧੰਨਵਾਦ। ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਗਤ ਦੇ ਸਨਮੁਖ ਕਰਵਾਇਆ ਢਾਡੀ ਜਥੇ ਨੂੰ। ਸੁਲਤਾਨਪੁਰ ਲੋਧੀ ਦੇ ਨੇੜੇ ਮੇਰਾ ਪਿੰਡ ਹੈ ਡੱਲਾ ਸਾਹਿਬ। 8 ਪਾਤਸ਼ਾਹੀਆਂ ਨੇ ਜਿੱਥੇ ਚਰਨ ਪਾਏ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਪਹਿਲਾ ਆਨੰਦ ਕਾਰਜ ਮੇਰੇ ਪਿੰਡ ਹੋਇਆ 6ਵੇਂ ਪਾਤਸ਼ਾਹ 22 ਭਾਦੋ ਸੰਮਤ 1661 ਵਿਕਰਮੀ ਸੰਮਤ ਨੂੰ। ਇਹ ਪੂਰੇ ਭਾਰਤ ਦੇ ਗੁਰ ਇਤਿਹਾਸ ਨੂੰ ਪੜ੍ਹੋ। 4 ਹੀ ਨੇ, ਅੰਮ੍ਰਿਤਸਰ, ਖਡੂਰ ਸਾਹਿਬ ਤੇ ਡੱਲਾ ਪੰਜਾਬ ਦੇ ਵਿੱਚ 3, ਜਿੱਥੇ 8 ਪਾਤਸ਼ਾਹੀਆਂ ਦੇ ਚਰਨ ਪਏ, ਤੇ ਇੱਕ ਕੁਰਸ਼ੇਤਰ ਹਰਿਆਣੇ 'ਚ ਰਹਿ ਗਿਆ ਜਿੱਥੇ 9 ਪਾਤਸ਼ਾਹੀਆਂ ਦੇ ਚਰਨ ਪਏ। 22 ਮੰਜੀਆਂ 'ਚੋਂ 4 ਮੰਜੀਆਂ ਡੱਲੇ ਪਿੰਡ ਨੂੰ ਦਿੱਤੀਆਂ ਗੁਰੂ ਅਮਰਦਾਸ ਜੀ ਨੇ। ਡੱਲੇ ਪਿੰਡ ਨੂੰ ਕਿਹਾ ਡੱਲਾ ਰਤਨਾ ਦੀ ਖਾਣ। ਭਾਈ ਪਾਰੋ ਜੀ ਵਰਗੇ ਪਰਮਹੰਸ ਜਿਸ ਪਿੰਡ ਦੇ ਹੋਏ, ਭਾਈ ਪਾਰੋ ਦੇ ਖਾਨਦਾਨ ਵਿੱਚੋਂ ਸੀ ਪਿਆਰਾ ਦਇਆ ਸਿੰਘ। ਕਦੇ ਇਤਿਹਾਸ ਪੜ੍ਹੋ, 5 ਪਿਆਰਿਆਂ 'ਚ ਜਿਹੜਾ ਦਇਆ ਸਿੰਘ ਸੀ ਉਹ ਭਾਈ ਪਾਰੋ ਦੇ ਪਰਿਵਾਰ ਵਿੱਚੋਂ ਸੀ। ਉਸ ਨਗਰੀ ਤੋਂ ਮੈਂ ਤੁਹਾਡੀ ਸੰਗਤ ਦੀ ਚਰਨ ਧੂੜ ਲੈਣ ਵਾਸਤੇ ਆਇਆ ਹਾਂ। ਸੁਨੇਹਾ ਗਿਆ ਮੈਨੇਜਰ ਸਾਹਿਬ ਹੋਣਾ ਦਾ, ਤੁਹਾਡੇ ਦਰਸ਼ਨ ਕੀਤੇ ਹੈ। ਆਓ ਸਮੇਂ ਦੀ ਕਦਰ ਕਰਦੇ ਆ, ਸ਼ਬਦਾਂ ਨੂੰ ਸੰਕੋਚ ਕੇ ਮੈਂ ਰਚਨਾ ਕਹਿਣੀ ਹੈ ਜਿਹੜੀ 20 ਤਰੀਕ ਨੂੰ ਰਿਲੀਜ਼ ਹੋ ਜਾਣੀ, ਕਿਉਂਕਿ ਟਿਕਰੀ ਬਾਰਡਰ ਸਿੱਖ ਚੈਨਲ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ। ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਸੰਬੰਧ ਵਿੱਚ 14 ਤਰੀਕ ਤੋਂ ਲੈ ਕੇ ਇਹ 20 ਤਰੀਕ ਤੱਕ ਪ੍ਰੋਗਰਾਮ ਚੱਲ ਰਹੇ ਨੇ। ਤੁਸੀਂ ਵੇਖ ਸਕਦੇ ਹੋ, ਹੁਣ ਚੱਲ ਰਹੇ ਨੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਰਾਤ ਦੇ ਸਮਾਗਮ ਰੱਖੇ ਹੋਏ ਸਿੱਖ ਚੈਨਲ ਵੱਲੋਂ। 20 ਤਰੀਕ ਨੂੰ ਮੇਰਾ ਉੱਥੇ ਸਮਾਗਮ ਹੈ, ਔਰ ਉੱਥੇ ਮੰਗ ਸੀ, ਕਹਿੰਦੇ ਵੀ ਇਹੋ ਜਿਹਾ ਕੋਈ ਹੌਸਲਾ ਦੇਣ ਵਾਲਾ, ਜਜ਼ਬਾ ਬਣਾਈ ਰੱਖਣ ਵਾਲਾ ਕੋਈ ਗੀਤ ਤੁਸੀਂ ਜ਼ਰੂਰ ਸੰਗਤ ਦੇ ਨਾਂ ਤੇ ਸਾਂਝਾ ਕਰੋ। ਫਿਰ ਮੈਂ ਲਿਖਿਆ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਖੁਦਕੁਸ਼ੀਆਂ ਤੇ ਰਾਹ ਨਹੀਂ ਸਾਡਾ, ਨਾ ਨਾ, ਨਿਸ਼ਚੈ ਕਰ ਆਪਣੀ ਜੀਤ ਕਰੂੰ, ਮੁੜ ਮੁੜ ਦੁਹਰਾਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਜਾਵਾਂਗੇ। ਨਿਸ਼ਚੈ ਕਰ ਆਪਣੀ ਜੀਤ ਕਰੂੰ, ਮੁੜ ਮੁੜ ਦੁਹਰਾਵਾਂਗੇ। ਨਿਸ਼ਚੈ ਕਰ
ਆਪਣੀ ਜੀਤ ਕਰੋ ਮੁੜ ਮੁੜ ਦੁਹਰਾਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਸਾਨੂੰ ਦੱਸਿਆ ਚੜ੍ਹਦੀ ਕਲਾ ਚ ਰਹਿਣਾ ਏ ਰੱਖੇ ਸਬਰ ਤੇ ਸਿਦਕਾਂ ਦਾ ਇੱਕ ਦਿਨ ਮੁੱਲ ਪੈਣਾ ਏ ਗੁਰੂਆ ਸਾਨੂੰ ਦੱਸਿਆ ਚੜ੍ਹਦੀ ਕਲਾ ਚ ਰਹਿਣਾ ਏ ਉਹ ਰੱਖੇ ਸਬਰ ਤੇ ਸਿਦਕਾਂ ਦਾ ਇੱਕ ਦਿਨ ਮੁੱਲ ਪੈਣਾ ਏ ਨਾ ਰੁਕਣਾ ਨਾ ਝੁਕਣਾ ਤੇਰੀ ਤਾਈ ਝੁਕਾਵਾਂਗੇ ਨਾ ਰੁਕਣਾ ਨਾ ਝੁਕਣਾ ਤੇਰੀ ਤਾਈ ਝੁਕਾਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਸਦੀਆਂ ਤੋਂ ਹੀ ਸਿੱਖਿਆ ਨਾਲ ਜ਼ਬਰ ਦੇ ਲੜ ਜਾਣਾ ਹੱਕ ਸੱਚ ਲਈ ਮਰਨਾ ਤੇ ਮਾੜੇ ਨਾਲ ਖੜ ਜਾਣਾ ਸਦੀਆਂ ਤੋਂ ਹੀ ਸਿੱਖਿਆ ਨਾਲ ਜ਼ਬਰ ਦੇ ਲੜ ਜਾਣਾ ਹੱਕ ਸੱਚ ਲਈ ਮਰਨਾ ਤੇ ਮਾੜੇ ਨਾਲ ਖੜ ਜਾਣਾ ਸਿਰ ਤੇ ਝੱਠੀ ਝਾੜੀ ਮੋੜ ਨਹੀਂ ਹੁੰਦਾ ਪਾਵਾਂਗੇ ਸਿਰ ਤੇ ਝੱਠੀ ਝਾੜੀ ਮੋੜ ਨਹੀਂ ਹੁੰਦਾ ਪਾਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਬਾਬਰ ਦਾ ਦਰਤੇ ਅਬਦਾਲੀ ਔਰੰਗੇ ਵਰਗੇ ਕਈ ਸਾਡੀ ਅਣਖ ਦਲੇਰੀ ਅੱਗੇ ਇੱਕ ਦਿਨ ਹਾਰ ਗਏ ਬਈ ਬਾਬਰ ਦਾ ਦਰਤੇ ਅਬਦਾਲੀ ਔਰੰਗੇ ਵਰਗੇ ਕਈ ਸਾਡੀ ਅਣਖ ਦਲੇਰੀ ਅੱਗੇ ਇੱਕ ਦਿਨ ਹਾਰ ਗਏ ਬਈ ਦੁਨੀਆ ਨਾਲੋਂ ਵੱਖਰਾ ਹੀ ਇਤਿਹਾਸ ਬਣਾਵਾਂਗੇ ਦੁਨੀਆ ਨਾਲੋਂ ਵੱਖਰਾ ਹੀ ਇਤਿਹਾਸ ਬਣਾਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਝੁਕਣਾ ਹੈ ਵਿਸ਼ਵਾਸ ਸਾਡਾ ਮਨ ਦੇ ਨਾਰਾਂ ਨੂੰ ਸਾਡੇ ਜਜ਼ਬੇ ਅੱਗੇ ਝੁਕਣਾ ਪਊ ਸਰਕਾਰਾਂ ਨੂੰ ਜਿੱਤਣਾ ਹੈ ਵਿਸ਼ਵਾਸ ਸਾਡਾ ਮਨ ਦੇ ਨਾਰਾਂ ਨੂੰ ਉਹ ਸਾਡੇ ਜਜ਼ਬੇ ਅੱਗੇ ਝੁਕਣਾ ਪਊ ਸਰਕਾਰਾਂ ਨੂੰ ਸਤਿਗੁਰ ਰੱਖਿਓ ਇੱਕ ਇਨਕਲਾਬ ਲਿਆਵਾਂਗੇ ਸਤਿਗੁਰ ਰੱਖਿਓ ਇੱਕ ਇਨਕਲਾਬ ਲਿਆਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਕਲਗੀਧਰ ਦੀ ਓਟ ਅਸੀਂ ਜੰਗ ਜਿੱਤ ਕੇ ਆਵਾਂਗੇ ਸਮੇਂ ਸਮੇਂ ਦੀ ਕਦਰ ਕਰਦਿਆਂ ਸ਼ਬਦਾਂ ਨੂੰ ਇੱਥੇ ਵਿਸ਼ਰਾਮ ਦਿੰਦੇ ਹਾਂ ਜੀ। ਧੰਨਵਾਦ ਆਪ ਸੰਗਤ ਦਾ, ਕੋਟਾਨ ਕੋਟ ਵਰਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਹੋਈਆਂ ਭੁੱਲਾਂ ਖਿਮਾ ਕਰ ਦੇਣੀਆਂ ਜੀ। ਅਗਲਾ ਪ੍ਰੋਗਰਾਮ ਸਰਵਣ ਕਰੋ। ਸਾਊਂਡ ਵਾਲੇ ਵੀਰ ਦਾ ਧੰਨਵਾਦ ਹੈ, ਬਹੁਤ ਵਧੀਆ ਸਾਊਂਡ, ਕਿਉਂਕਿ ਜ਼ਰੂਰੀ ਹੁੰਦਾ ਇਹਨਾਂ ਸਮਾਗਮਾਂ ਦੇ ਵਿੱਚ ਪਤਾ ਲੱਗੇ ਬੁਲਾਰਾ ਕੀ ਕਹਿ ਰਿਹਾ। ਧੰਨਵਾਦ ਹੈ ਵੀਰ ਦਾ, ਗੁਰੂ ਮਹਾਰਾਜ ਕਿਰਪਾ ਕਰਨ। ਲਾਈਵ ਸਾਰਾ ਪ੍ਰੋਗਰਾਮ ਚੱਲ ਰਿਹਾ, ਮੈਂ ਵੀਰ ਦਾ ਧੰਨਵਾਦ ਕਰਦਾ ਹਾਂ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੇਂ ਦੀ ਇੱਥੇ ਸਮਾਪਤੀ ਹੈ। ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਢਾਡੀ ਜਥਾ ਭਾਈ ਸਾਹਿਬ ਭਾਈ ਫੌਜਾ ਸਿੰਘ ਜੀ ਸਾਗਰ, ਜਿਨ੍ਹਾਂ ਨੇ ਇਸ ਸਥਾਨ ਤੇ ਆ ਕੇ ਰੱਬ ਦੀਆਂ ਸੰਗਤਾਂ ਦੇ ਦਰਸ਼ਨ ਕੀਤੇ ਹਨ। ਸੋ ਭਾਈ ਸਾਹਿਬ ਨੇ ਬੇਨਤੀ ਕੀਤੀ ਸੀ, ਸੋ ਇਹਨਾਂ ਨੇ ਬੇਨਤੀ ਪ੍ਰਵਾਨ ਕੀਤੀ ਹੈ। ਸੋ ਇਹਨਾਂ ਦਾ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ